ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ, ਮਨਜ਼ੂਰ ਨਹੀਂ ਹੋਇਆ। ਲੇਕਿਨ ਤੁਸੀਂ ਇੱਕ ਬਿਆਨ ਦਿੱਤਾ ਸੀ, ਤੁਸੀਂ ਕਿਹਾ ਸੀ ਇਹ ਪੂਰਾ ਇੱਕ ਡਰਾਮਾ ਚੱਲ ਇਹ ਏਜੰਡਾ ਛੱਡ ਹੀ ਦੇਣਾ ਚਾਹੀਦਾ ਸਾਨੂੰ। ਹੁਣ ਇਹਦਾ ਤਾਂ ਗਾ ਕੁੰਵਰ ਪ੍ਰਤਾਪ ਜੀ ਦੀ ਮਰਜ਼ੀ ਹੈ, ਅਸਤੀਫਾ ਦੇਵੇ ਰਵੇ ਨਾ ਰਵੇ ਸਰਕਾਰ 'ਚ, ਉਹਦੀ ਮਰਜ਼ੀ ਹੈ। ਨੌਕਰੀ ਕਰਨੀ ਹੈ ਸਰਕਾਰ ਦੀ, ਨਹੀਂ ਕਰਨੀ ਇਹ ਸਾਡਾ ਏਜੰਡਾ ਤਾਂ ਹੈ ਨਹੀਂ, ਤਾਂ ਉਹਦੀ ਮਰਜ਼ੀ ਹੈ। ਕਰਨੀ ਹੈ ਕਰ ਲੈ, ਨਹੀਂ ਕਰਨੀ ਪੋਲਿਟਿਕਸ 'ਚ ਆਉਣਾ ਤਾਂ ਪੋਲਿਟਿਕਸ ਦਾ ਸਵਾਦ ਵੇਖ ਲਿਆ ਆ ਕੇ। ਉਹ ਹੁਕਮ ਹਾਕਮ ਦੇਣ ਦੀ ਤਾਂ ਬਾਹਲੀ ਦੂਰ ਦੀ ਗੱਲ ਹੈ। ਉਹ ਤਾਂ ਘਟਨਾ ਹੀ ਅਚਨਚੇਤ ਹੋਈ ਸੀ, ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ। ਐਵੇਂ ਹੀ ਜਾਣ ਕੇ ਝੂਠ ਤੂਫਾਨ ਬੋਲੀ ਜਾਂਦੇ ਜਿਹੜੇ ਲੋਕ ਬੋਲੀ ਜਾਂਦੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਇਹਨਾਂ ਨੇ ਸਾਜ਼ਿਸ਼ ਵਿੱਢੀ ਸੀ, ਰਲ ਮਿਲ ਕੇ ਸਾਰਿਆਂ ਨੇ। ਕੁੰਵਰ ਪ੍ਰਤਾਪ ਵੀ ਉਹਦੇ ਵਿੱਚ ਹੀ ਸ਼ਾਮਲ ਹੈ। ਕਿ ਉਸ ਵੇਲੇ ਜਿਹੜੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਸੀਗੇ, ਉਹ ਜਿਹੜੀ ਸਾਰਾ ਕੁਝ ਕੋਟ ਕਪੂਰਾ ਕਾਂਡ ਦੇ ਵਿੱਚ ਹੋਇਆ, ਉਹ ਕਿਤੇ ਨਾ ਕਿਤੇ ਸੀਐਮ ਸਾਹਿਬ ਨੂੰ ਵੀ ਪਤਾ ਸੀ ਉਸ ਵੇਲੇ ਦੇ, ਤੇ ਡਿਪਟੀ ਸੀਐਮ ਸਾਹਿਬ ਨੂੰ ਵੀ ਪਤਾ ਸੀ। ਕਿੰਨੀ ਲੁੱਟ ਮੱਚੀ ਹੋਈ ਆ ਥੱਲੇ, ਹਾਹਾਕਾਰ ਮੱਚੀ ਪਈ ਆ ਸਾਰੇ ਪੰਜਾਬ 'ਚ। ਮੈਂ ਕਹਿੰਦਾ ਉਹ ਸੀਐਮ ਕਾਹਦਾ ਜਿਹਨੂੰ ਪਤਾ ਹੀ ਨਹੀਂ ਆਪਦੇ ਸੂਬੇ 'ਚ ਕੀ ਕੁਝ ਹੋ ਰਿਹਾ। ਢੀਂਡਸਾ ਸਾਹਿਬ ਨਾਲ ਕੱਲ ਮੈਂ ਗੱਲਬਾਤ ਕੀਤੀ ਸੀ, ਉਹ ਕਹਿੰਦੇ ਨੇ ਇਹ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਕੈਪਟਨ ਤੇ ਬਾਦਲ ਦੋਵੇਂ ਰਲੇ ਹੋਏ ਨੇ, ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਵੱਡਾ ਗੰਭੀਰ ਇਲਜ਼ਾਮ ਲਾਇਆ। ਉਹ ਕਹਿੰਦੇ ਉਹ ਪੈਸੇ ਵਾਲਿਆਂ ਨੂੰ ਅੱਗੇ ਕਰਦੇ ਨੇ। ਢੀਂਡਸਾ ਸਾਹਿਬ ਵੀ ਸਵਾ ਸਾਲ ਡੇਢ ਸਾਲ ਨਾ ਰਹੇ, ਮੌਜਾਂ ਮਾਣੀਆਂ ਸਾਰੇ। ਉਦੋਂ ਜੇ ਲੱਗਦਾ ਸੀ ਢੀਂਡਸਾ ਸਾਹਿਬ ਨੂੰ ਕਿ ਗਲਤ ਹੋ ਰਿਹਾ ਹੈ, ਠੀਕ ਨਹੀਂ ਹੋ ਰਿਹਾ, ਫਿਰ ਉਦੋਂ ਮਰਦ ਬਣਨਾ ਚਾਹੀਦਾ ਸੀ, ਛੱਡ ਦੇਣੀ ਚਾਹੀਦੀ ਸੀ ਪਾਰਟੀ, ਅਸਤੀਫਾ ਦੇ ਦੇਣਾ ਚਾਹੀਦਾ ਸੀ। ਮੁੰਡੇ ਨੂੰ ਵੀ ਵਜ਼ੀਰੀ ਤੋਂ ਅਸਤੀਫਾ ਦਵਾ ਲੈਣਾ ਸੀ, ਆਪ ਵੀ। ਹੁਣ ਵੀ ਮੈਂ ਕਹਿੰਦਾ ਜੇ ਪਾਰਟੀ ਦੀ ਵੇਖੋ, ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੁਣੇ ਹੋਏ ਆ ਦੋਨੇ ਜਣੇ। ਜੇ ਉਹਨਾਂ ਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਗਲਤ ਹੈ, ਮਾੜਾ ਹੈ, ਫਿਰ ਅਸਤੀਫੇ ਦੇ ਕੇ ਫਤਵਾ ਦੂਜੀ ਵਾਰ ਲੈਣ ਆਪਦਾ। ਅਸਲ ਗੱਲ ਤਾਂ ਹੁੰਦੀ ਹੈ ਫੇਰ। ਢੀਂਡਸਾ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਜਿਹੜੇ ਮੂਲ ਸਿਧਾਂਤ ਸੀਗੇ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਛਿੱਕੇ ਤੇ ਰੱਖਤਾ। ਪਹਿਲੀ ਗੱਲ ਤਾਂ ਮੈਂ ਜਿਹੜੇ ਢੀਂਡਸਾ ਸਾਹਿਬ ਦੇ ਸਿਧਾਂਤਾਂ ਦੀ ਗੱਲ ਕਰਦਾ, ਢੀਂਡਸਾ ਸਾਹਿਬ ਸਾਨੂੰ ਦੱਸਣ ਵੀ ਉਹ ਸਿਧਾਂਤ ਹੈ ਕੀ। ਇੱਕ ਉਦਾਹਰਨ ਲਿਆ ਦੇਣ ਵੀ ਢੀਂਡਸਾ ਸਾਹਿਬ ਨੇ ਕੋਈ ਅਕਾਲੀ ਦਲ ਨੂੰ ਤਕੜਾ ਕਰਨ ਦੀ ਖਾਤਰ, ਪੰਜਾਬ ਨੂੰ ਤਕੜਾ ਕਰਨ ਦੀ ਖਾਤਰ, ਅਕਾਲੀ ਦਲ ਨੂੰ ਵਧੀਆ ਕਰਨ ਦੀ ਖਾਤਰ ਕੋਈ ਪ੍ਰਪੋਜ਼ਲ ਲਿਆਂਦੀ ਹੋਵੇ ਤਾਂ ਉਹਨਾਂ ਦੀ ਮੰਨੀ ਨਾ ਗਈ। ਇੱਕ ਲਿਆ ਦੇਣ। ਉਹਦਾ ਬੇਟਾ ਵਜ਼ੀਰ, ਉਹਦਾ ਜਮਾਈ ਡੀਸੀ ਲੱਗਿਆ, ਚਲੋ ਡੀਸੀ ਲੱਗ ਜਾਂਦੇ ਹੁੰਦੇ ਪੜ੍ਹ ਲਿਖ ਕੇ, ਕੋਈ ਏਡੀ ਗੱਲ ਨਹੀਂ। ਉਹਨੂੰ ਵੀ ਟਿਕਟ ਦਵਾਈ ਐਮਐਲਏ ਦੀ। ਜਿਨ੍ਹਾਂ ਨੇ ਇੰਨੇ ਮੌਜਾਂ ਕੀਤੀਆਂ ਹੁਣ ਪਾਰਟੀ ਦੇ ਸਿਰ ਤੇ, ਇੰਨਾ ਰਾਜ ਭਾਗ ਦਾ ਆਨੰਦ ਮਾਣਿਆ ਹੋਵੇ, ਜਾਂ ਤਾਂ ਜਦੋਂ ਇਹ ਬਾਈਬਲ ਕਾਂਡ ਬਾਤ ਗਿਆ 1.5 ਸਾਲ ਪਹਿਲਾਂ ਵਾਪਰ ਗਿਆ ਸੀਗਾ, ਉਦੋਂ ਅਸਤੀਫਾ ਦਿਆ ਜਾਂਦੇ ਕਿ 1984 ਦੇ ਵਿੱਚ 600-700 ਗੁਰੂ ਗ੍ਰੰਥ ਸਾਹਿਬ ਅੱਗ ਲਾ ਕੇ ਤੋਪਾਂ ਨਾਲ ਸਾੜ ਤੇ ਕਾਂਗਰਸ ਵਾਲਿਆਂ ਨੇ। ਉਹਨਾਂ ਦੇ ਬਾਰੇ ਕਿਉਂ ਨਹੀਂ ਬੋਲਦੇ? ਕਿਉਂ ਇਹਨਾਂ ਦੇ ਮੂੰਹ ਸੁੱਤੇ ਹੋਏ ਆ? ਆ ਜਿਹੜੀਆਂ ਫੌਜਾਂ ਸਾਰੀਆਂ ਫਿਰਦੀਆਂ, ਚਾਹੇ ਦਾਦੂਵਾਲ ਹੈ, ਚਾਹੇ ਆਪਣਾ ਮੰਡ ਸਾਹਿਬ ਹੈ, ਚਾਹੇ ਹੋਰ ਇਹਨਾਂ ਦੇ ਚੇਲੇ ਚਪਟੇ ਜੇ ਕਿ ਨਹੀਂ ਨੇ, ਉਧਰ ਕਿਉਂ ਨਹੀਂ ਬੋਲਦੇ? ਪਹਿਲਾਂ ਬਹੁਤ ਡਿਵੈਲਪਮੈਂਟ ਕੀਤੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ। ਜੇ ਕਹਿ ਲਈਏ ਕਿ ਸਾਰੀ ਡਿਵੈਲਪਮੈਂਟ ਜਿੰਨੀ ਚੰਗੀ ਹੋਈ ਆ ਆਪਾਂ ਹੀ ਕੀਤੀ ਹੈ। ਹਰੇਕ ਬੰਦਾ ਦਾ ਮੈਂ ਐਮਐਲਏ ਬਣਨਾ, ਹਰੇਕ ਬੰਦਾ ਭਜਦਾ ਇੱਕ ਦੂਜੇ ਦੀ ਟੰਗਾਂ ਖਿੱਚਦਾ, ਸੌ ਕੁਛ ਕਰਦਾ। ਇਹ ਸਿਆਸਤ ਨੂੰ ਕਾਂਗਰਸ ਪਾਰਟੀ ਨੇ ਕਹਿ ਲਓ ਜਾਂ ਹੋਰ ਕੁਛ ਗੱਲਾਂ ਹੋਈਆਂ ਇਸੀਆਂ ਵਪਾਰ ਵੱਲ ਤੋਰਤਾ। ਲਗਾਤਾਰ ਨਸ਼ੇ ਦੇ ਜਿਹੜੇ ਓਵਰਡੋਜ਼ ਦੇ ਕੇਸ ਨੂੰ ਆ ਰਹੇ ਨੇ, ਤੇ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ। ਕੈਪਟਨ ਸਾਹਿਬ ਨੇ ਤਾਂ ਬਠਿੰਡੇ ਹੀ ਕਿਹਾ ਸੀ, ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਮੈਂ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ ਨਸ਼ੇ ਦਾ। ਤੁਸੀਂ ਕਿਸੇ ਪਿੰਡ ਚਲੇ ਜਾਓ, ਕਿਸੇ ਸ਼ਹਿਰ 'ਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਹਰੇਕ ਥਾਂ ਤੇ ਤੁਹਾਨੂੰ ਆਥਣ ਵੇਲੇ ਐਨ ਮੇਲਾ ਲੱਗਿਆ ਦਿਸੂਗਾ ਨਸ਼ੇ ਵਾਲਿਆਂ ਦਾ, ਟੀਕੇ ਵਾਲਿਆਂ ਦਾ, ਚਰਸਾਂ ਵਾਲਿਆਂ ਦਾ, ਗੋਲੀਆਂ ਵਾਲਿਆਂ ਦਾ। ਇਹ ਤਾਂ ਕਾਂਗਰਸੀ ਐਮਐਲਏ ਨੂੰ ਪੁੱਛਿਆ ਕਰੋ, ਉਹਨਾਂ ਦੇ ਵਜ਼ੀਰਾਂ ਨੂੰ ਪੁੱਛਿਆ ਕਰੋ ਵੀ ਤੁਹਾਡੇ ਮੁੱਖ ਮੰਤਰੀ ਨੇ ਕਿਹਾ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਤੇ ਆਹ ਹੁਣ ਕੀ ਹੋ ਰਿਹਾ। ਤਾਂ ਕਾਂਗਰਸ ਦੀ ਕਾਰਗੁਜ਼ਾਰੀ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬਹਿਦੇ, ਘਰ ਘਰ ਨੌਕਰੀ, ਸਾਰਾ ਕਰਜ਼ਾ ਮਾਫ, 51,000 ਸਗਨ ਸਕੀਮ, ਮੋਬਾਈਲ ਦੇਣੇ ਬੱਚਿਆਂ ਨੂੰ, ਨਸ਼ਾ ਖਤਮ ਕਰਨਾ, ਇਹ ਸਾਰੀਆਂ ਗੱਲਾਂ ਦੇ ਹਿਸਾਬ ਲਵਾਂਗੇ ਕਾਂਗਰਸ ਪਾਰਟੀ ਤੋਂ 22 ਦੀਆਂ ਇਲੈਕਸ਼ਨਾਂ ਦੇ ਵਿੱਚ। ਤੁਸੀਂ ਮੇਰੀ ਗੱਲ ਯਾਦ ਰੱਖ ਲਿਓ, 22 'ਚ ਕਾਂਗਰਸ ਪਾਰਟੀ ਨਾਲ ਬਹੁਤ ਭੈੜੀ ਹੋਣੀ। ਉਹ ਆਉਣਾ ਹਲੇ ਉਹਨੇ 7-8 ਮਹੀਨਿਆਂ ਨੂੰ ਸੱਤਾ 'ਚ ਆਉਣਾ, ਹੁਣੇ ਚੀਕਣ ਲੱਗ ਗਏ, ਪਹਿਲਾਂ ਹੀ ਡਰਨ ਲੱਗ ਗਏ ਤੁਸੀਂ ਸਾਰੇ। ਇਹ ਡਰ ਦੀਆਂ ਨਿਸ਼ਾਨੀਆਂ ਨੇ। ਸਤਿ ਸ੍ਰੀ ਅਕਾਲ, ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਤੇ ਮੈਂ ਹਾਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਪੰਜਾਬ ਦੀ ਸਿਆਸਤ ਇਨੀ ਦਿਨੀ ਕਾਫੀ ਭਖੀ ਹੋਈ ਹੈ। ਸਭ ਤੋਂ ਵੱਡਾ ਮਸਲਾ ਜਿਹੜਾ ਹੈ 2022 ਦੀ ਚੋਣਾਂ ਨੂੰ ਤਾਂ ਲੈ ਕੇ ਹੈ, ਕਿਉਂਕਿ ਇਹ ਚੋਣ ਵਰੇ ਦਾ ਸਾਲ ਹੈ ਤੇ 8 ਤੋਂ 9 ਮਹੀਨੇ ਦਾ ਸਮਾਂ ਬਾਕੀ ਰਹਿ ਚੁੱਕਿਆ। ਉਸ ਤੋਂ ਬਾਅਦ ਚੋਣਾਂ ਦੀ ਜਿਹੜੀ ਹੈਗੀ ਹੈ ਰੇਸ ਸ਼ੁਰੂ ਹੋ ਜਾਏਗੀ। ਲੇਕਿਨ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਮਸਲਾ ਹੈ ਉਹ ਹੈਗਾ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ। ਇਸਤੀਫਾ ਦੇ ਦਿੱਤਾ ਹੈ, ਮਨਜ਼ੂਰ ਹੋਇਆ ਕਿ ਨਹੀਂ ਹੋਇਆ ਇਹ ਗੱਲ ਵੱਖਰੀ ਹੈ, ਲੇਕਿਨ ਕੁੰਵਰ ਵਿਜੇ ਪ੍ਰਤਾਪ ਇਹ ਸਾਫ਼ ਤੌਰ ਤੇ ਅੱਜ ਕਹਿ ਚੁੱਕੇ ਨੇ ਰਾਜਪਾਲ ਨੂੰ ਮਿਲਣ ਤੋਂ ਬਾਅਦ ਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਲਿਆ। ਇਸ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਇੱਕ ਨਵਾਂ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਿੱਤਾ ਗਿਆ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਜੇ 2022 ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦਾ ਜਿਹੜਾ ਡਿਪਟੀ ਸੀਐਮ ਦਾ ਚਿਹਰਾ ਹੋਵੇਗਾ ਉਹ ਦਲਿਤ ਹੋਵੇਗਾ। ਮਸਲਾ ਕਾਫੀ ਕੁਛ ਹੈ,
ਕੀ ਕੁਝ ਹੈਗਾ, ਸਾਰਾ ਕੁਝ ਪੰਜਾਬ ਦੀ ਭਖਦੀ ਸਿਆਸਤ ਦੇ ਉੱਤੇ ਅੱਜ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਦੇ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾ ਸਵਾਲ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਮਨਜ਼ੂਰ ਨਹੀਂ ਹੋਇਆ, ਲੇਕਿਨ ਤੁਸੀਂ ਇੱਕ ਬਿਆਨ ਦਿੱਤਾ ਸੀ, ਤੁਸੀਂ ਕਿਹਾ ਸੀ ਇਹ ਪੂਰਾ ਇੱਕ ਡਰਾਮਾ ਚੱਲ ਰਿਹਾ। ਵੇਖੋ, ਮੈਂ ਪਹਿਲਾਂ ਵੀ ਕਹਿਣਾ, ਅੱਜ ਵੀ ਕਹਿਣਾ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਡੈਮੋਕ੍ਰੈਟਿਕ ਸਿਸਟਮ ਤੇ ਚੱਲਦਾ ਹੈ। ਡੈਮੋਕ੍ਰੇਸੀ ਹੈ ਸਾਡੇ ਦੇਸ਼ ਦੇ ਵਿੱਚ, ਜਿਹੜੀ ਬੜੀ ਚੰਗੀ ਗੱਲ ਹੈਗੀ ਹੈ। ਲੋਕਾਂ ਨੂੰ ਮੌਕਾ ਮਿਲਦਾ 5 ਸਾਲ ਬਾਅਦ, ਜੇ ਸਰਕਾਰ ਚੰਗੀ ਹੈ ਤਾਂ ਦੁਬਾਰਾ ਚੁਣ ਲੈਂਦੇ ਆ, ਨਹੀਂ ਤਾਂ ਬਦਲ ਦਿੰਦੇ ਨੇ। ਇਹ ਬਹੁਤ ਵਧੀਆ ਸਿਸਟਮ ਹੈ ਸਾਡਾ। ਦੋ ਸਿਸਟਮ ਚੱਲਦੇ ਆ, ਇੱਕ ਸਰਕਾਰ ਹੈ ਜਿਹੜੀ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਜਾਂਦੀ ਹੈ, ਇੱਕ ਸਾਡੀ ਜੁਡੀਸ਼ਰੀ ਹੈ ਜਿਹੜੀ ਸਬ ਜੱਜ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਂਦੀ ਹੈ। ਜੇ ਲੋਕਾਂ ਨੂੰ ਸਰਕਾਰ ਤੋਂ ਇਨਸਾਫ ਨਹੀਂ ਮਿਲਦਾ, ਫਰਜ਼ ਕਰੋ ਸਾਡੀ ਸਰਕਾਰ ਹੈ, ਦੂਜਿਆਂ ਨੂੰ ਇਨਸਾਫ ਨਹੀਂ ਮਿਲਦਾ, ਅਸੀਂ ਕਿਤੇ ਕੋਈ ਧੱਕਾ ਕਰਦੇ ਹਾਂ ਜਾਂ ਕੋਈ ਗਲਤ ਕੰਮ ਕਰਦੇ ਹਾਂ, ਤਾਂ ਲੋਕਾਂ ਨੂੰ ਰਾਈਟ ਹੁੰਦਾ ਕਿ ਫਿਰ ਉਹ ਕੋਰਟ ਚਲੇ ਜਾਂਦੇ ਨੇ। ਕੋਰਟ 'ਚੋਂ ਫਿਰ ਉਹਨਾਂ ਨੂੰ ਝਾਕ ਹੁੰਦੀ ਹੈ ਕਿ ਸਾਨੂੰ ਇਨਸਾਫ ਮਿਲੇਗਾ। ਤਕਰੀਬਨ ਜੇ ਕੋਈ ਸਰਕਾਰ ਗਲਤ ਕੰਮ ਕਰਦੀ ਹੈ ਤਾਂ ਇਨਸਾਫ ਉੱਥੋਂ ਉਹਨਾਂ ਨੂੰ ਮਿਲ ਵੀ ਜਾਂਦਾ ਹੈ। ਜੇ ਸਰਕਾਰ ਦਾ ਕੰਮ ਠੀਕ ਹੁੰਦਾ ਤਾਂ ਫਿਰ ਨਹੀਂ, ਫਿਰ ਉਵੇਂ ਫੈਸਲਾ ਹੁੰਦਾ ਜਿਵੇਂ ਸਰਕਾਰ ਨੇ ਕੀਤਾ। ਸੋ ਇਹ ਦੋ ਸਿਸਟਮ ਬਹੁਤ ਵਧੀਆ ਸਾਡੇ ਦੇਸ਼ ਦੇ ਵਿੱਚ ਚੱਲਦੇ ਨੇ। ਉਦੋਂ ਉੱਤੇ ਤਾਂ ਫਿਰ ਰੱਬ ਰਹਿ ਜਾਂਦਾ ਹੈ, ਜੱਜ ਤੋਂ ਉੱਤੇ ਤਾਂ ਰੱਬ ਰਹਿ ਜਾਂਦਾ, ਆਪਾਂ ਕਹਿੰਦੇ ਜੱਜ ਜਾਂ ਰੱਬ। ਸੋ ਸਾਡਾ ਜਿਹੜਾ ਸਿਸਟਮ ਹੈ, ਵੇਖੋ, ਜਿਹੜਾ ਹੁਣ ਤੁਸੀਂ ਕੁੰਵਰ ਵਿਜੇ ਪ੍ਰਤਾਪ ਜੀ ਦੀ ਗੱਲ ਕਰਦੇ ਆ, ਮੈਂ ਕੋਈ ਉਹਦਾ ਬਹੁਤਾ, ਮੈਨੂੰ ਪਤਾ ਤਾਂ ਬਹੁਤ ਗੱਲਾਂ ਦਾ ਹੈ, ਮੈਂ ਪਰ ਜ਼ਿਆਦਾ ਡਿਟੇਲ 'ਚ ਮੈਂ ਜਾਂਦਾ ਨਹੀਂ, ਕਿਉਂਕਿ ਸਾਡੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ, ਜਿਹੜੀ ਕਿ ਬਹੁਤ ਵੱਡੀ ਅਦਾਲਤ ਆ ਸਾਡੀ ਦੋਨਾਂ ਸੂਬਿਆਂ ਦੀ, ਸਿਰਮੌਰ ਅਦਾਲਤ, ਉਦੋਂ ਬਾਅਦ ਤਾਂ ਸੁਪਰੀਮ ਕੋਰਟ ਹੀ ਹੈ, ਉਹਨੇ ਫੈਸਲਾ ਸੁਣਾਤਾ। ਉਹਨੇ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਕਿਸਮ ਦਾ ਦੋਸ਼ੀ ਕਰਾਰ ਦਿੱਤਾ ਵੀ ਇਹਨੇ ਜਿਹੜਾ ਕੁਛ ਕੀਤਾ ਸਾਰਾ ਗਲਤ ਕੀਤਾ, ਨੈਗਲੀਜੈਂਸੀ ਹੈ, ਇਹਨੇ ਪੱਖਪਾਤ ਵਾਲੀ ਰਿਪੋਰਟ ਬਣਾਈ ਹੈ, ਇਹਨੇ ਸਹੀ ਰਿਪੋਰਟ ਨਹੀਂ ਬਣਾਈ, ਉਧਰ ਤੇ ਤੁਰਿਆ ਹੀ ਨਹੀਂ ਜਿੱਧਰ ਇਹਨੂੰ ਤੁਰਨਾ ਚਾਹੀਦਾ ਸੀ। ਜੇ ਹਾਈ ਕੋਰਟ ਐਡੀ ਵੱਡੀ ਟਿੱਪਣੀ ਕਰ ਦਿੰਦੀ ਹੈ, ਹਾਈ ਕੋਰਟ ਉਹਦੀ ਸਾਰੀ ਰਿਪੋਰਟ ਨੂੰ ਰਿਜੈਕਟ ਹੀ ਕਰ ਦਿੰਦੀ ਹੈ, ਜਿਹੜੇ ਕਈ ਭੱਦਰ ਪੁਰਸ਼ ਕਹੀ ਜਾਂਦੇ ਆ ਜੀ ਬੜਾ ਚੰਗਾ ਅਫਸਰ ਹੈ ਜੀ, ਬੜਾ ਨੇਕ ਅਫਸਰ ਹੈ, ਇਹ ਮੇਰੇ ਕਹਿਣ ਨਾਲ ਮੈਨੂੰ ਕੋਈ ਚੰਗਾ ਲੱਗਦਾ ਮੈਂ ਕਹੀ ਜਾਊਂਗਾ, ਕਿਸੇ ਨੂੰ ਹੋਰ ਚੰਗਾ ਲੱਗਦਾ ਉਹ ਕਹੀ ਜਾਊਗਾ। ਇੱਕ ਬਹੁਤ ਵੱਡਾ ਇਨਸਾਫ ਦਾ ਤਰਾਜੂ ਹੈ ਜਿਹੜਾ ਹਾਈ ਕੋਰਟ, ਸਾਡੀ ਸਰਕਾਰ ਤੋਂ ਬਾਅਦ ਹਾਈ ਕੋਰਟ। ਤੇ ਜੇ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਕਹਿਤਾ ਕਿ ਇਹਦੀ ਸਾਰੀ ਰਿਪੋਰਟ ਰੱਦ, ਇਹਦੀ ਰਿਪੋਰਟ ਬਿਲਕੁਲ ਠੀਕ ਨਹੀਂ ਹੈਗੀ, ਉਹਦੇ 'ਚ ਹੋਰ ਵੀ ਬੜੀਆਂ ਟਿੱਪਣੀਆਂ ਜਦੋਂ ਹੁਣ ਆਪਣੇ ਕੋਲ ਫੈਸਲਾ ਆ ਜਾਏਗਾ ਆਪਾਂ ਵੇਖਾਂਗੇ, ਤੇ ਫਿਰ ਸਾਨੂੰ ਇਹਦੇ ਤੇ ਮੇਰੀ ਸਮਝ ਤਾਂ ਕੋਈ ਇਹ ਏਜੰਡਾ ਛੱਡ ਹੀ ਦੇਣਾ ਚਾਹੀਦਾ ਸਾਨੂੰ। ਹੁਣ ਇਹਦਾ ਤਾਂ ਗਾਂ ਕੁੰਵਰ ਪ੍ਰਤਾਪ ਜੀ ਦੀ ਮਰਜ਼ੀ ਹੈ, ਅਸਤੀਫਾ ਦੇਵੇ, ਰਵੇ ਨਾ ਰਵੇ ਸਰਕਾਰ 'ਚ, ਉਹ ਉਹਦੀ ਮਰਜ਼ੀ ਹੈ। ਨੌਕਰੀ ਕਰਨੀ ਹੈ ਸਰਕਾਰ ਦੀ, ਨਹੀਂ ਕਰਨੀ ਇਹ ਸਾਡਾ ਏਜੰਡਾ ਤਾਂ ਹੈ ਨਹੀਂ, ਤਾਂ ਉਹਦੀ ਮਰਜ਼ੀ ਹੈ, ਕਰਨੀ ਹੈ ਕਰ ਲੈ, ਨਹੀਂ ਕਰਨੀ ਪੋਲੀਟਿਕਸ 'ਚ ਆਉਣਾ ਤਾਂ ਪੋਲੀਟਿਕਸ ਦਾ ਸਵਾਦ ਵੇਖ ਲਿਆ ਆ ਕੇ, ਹੋਰ ਕਿਸੇ ਪਾਸੇ ਜਾਣਾ ਤਾਂ ਉਹ ਵੇਖ ਲਿਓ, ਤਾਂ ਉਹਦੀ ਮਰਜ਼ੀ ਹੈ। ਲੇਕਿਨ ਸਵਾਲ ਜਿਹੜਾ 2014-15 ਦੇ ਵਿੱਚ ਤੁਹਾਡੀ ਸਰਕਾਰ ਸੀ, ਅਕਾਲੀ ਤੇ ਭਾਜਪਾ ਦੀ ਸਰਕਾਰ ਸੀ, ਤੇ ਸਵਾਲ ਉੱਠ ਰਹੇ ਨੇ ਕਿ ਉਸ ਵੇਲੇ ਜਿਹੜੇ ਗੋਲੀ ਚਲਾਉਣ ਦੇ ਆਦੇਸ਼ ਦਿੱਤੇ ਸੀਗੇ, ਉਹ ਜਿਹੜੀ ਸਾਰਾ ਕੁਝ ਕੋਟ ਕਪੂਰਾ ਕਾਂਡ ਦੇ ਵਿੱਚ ਹੋਇਆ, ਉਹ ਕਿਤੇ ਨਾ ਕਿਤੇ ਸੀਐਮ ਸਾਹਿਬ ਨੂੰ ਵੀ ਪਤਾ ਸੀ ਉਸ ਵੇਲੇ ਦੇ, ਤੇ ਡਿਪਟੀ ਸੀਐਮ ਸਾਹਿਬ ਨੂੰ ਵੀ ਪਤਾ ਸੀਗਾ। ਵੇਖੋ, ਚਲੋ ਮੈਂ ਇਸ ਗੱਲ 'ਚ ਨਹੀਂ ਪੈਂਦਾ, ਪਤਾ ਨਹੀਂ ਸੀਗਾ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਹੈ। ਡਿਪਟੀ ਸੀਐਮ ਤਾਂ ਉਸ ਵੇਲੇ ਸਾਡੇ ਇੱਥੇ ਦੇਸ਼ 'ਚ ਹੀ ਹੈ ਨਹੀਂ ਸੀਗੇ, ਜਿਹੜਾ ਹੈ ਹੀ ਨਹੀਂ ਸੀ ਇੱਥੇ। ਜਿਹੜੀ ਅਸਲ ਤੁਹਾਨੂੰ ਮੈਂ ਦੱਸਾਂ, ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਹੋਣਾ ਕਿਸੇ ਨੂੰ। ਜੇ ਕਿਸੇ ਸੂਬੇ ਦੇ ਸੀਐਮ ਨੂੰ ਇਹ ਨਹੀਂ ਪਤਾ ਕਿ ਮੇਰੇ ਸੂਬੇ 'ਚ ਕੀ ਹੋ ਰਿਹਾ, ਜਿਵੇਂ ਹੁਣ ਵਾਲੇ ਮੁੱਖ ਮੰਤਰੀ ਨੂੰ ਪਤਾ ਨਹੀਂ ਹੈਗਾ ਕਿ ਥੱਲੇ ਸਾਡੇ ਕੀ ਕੁਝ ਹੋ ਰਿਹਾ, ਕਿੰਨੀ ਲੁੱਟ ਮੱਚੀ ਹੋਈ ਆ ਥੱਲੇ, ਹਾਹਾਕਾਰ ਮੱਚੀ ਪਈ ਆ ਸਾਰੇ ਪੰਜਾਬ 'ਚ, ਮੈਂ ਕਹਿੰਦਾ ਉਹ ਸੀਐਮ ਕਾਹਦਾ ਜਿਹਨੂੰ ਪਤਾ ਹੀ ਨਹੀਂ ਆਪਦੇ ਸੂਬੇ 'ਚ ਕੀ ਕੁਝ ਹੋ ਰਿਹਾ। ਬਾਕੀ ਜਿਹੜੇ ਕੋਈ ਇਹੋ ਜਿਹੇ ਕੰਮ ਹੁੰਦੇ ਆ, ਜਿਵੇਂ ਕੋਟਕਪੂਰਾ ਜਿਹੜਾ ਆਪਣਾ ਬਹਿਬਲ ਗੋਲੀ ਕਾਂਡ ਦੀ ਗੱਲ ਆ, ਉਹ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ, ਉਹ ਤਾਂ ਬਾਅਦ 'ਚ ਪਤਾ ਲੱਗਿਆ ਸਾਰੇ ਅਫਸਰਾਂ ਨੂੰ ਪਈ ਇੱਥੇ ਚੰਡੀਗੜ੍ਹ ਕਿਸੇ, ਕਿਉਂਕਿ ਉਹ ਤਾਂ ਘਟਨਾ ਹੀ ਅਚਨਚੇਤ ਹੋਈ ਸੀ। ਉਹ ਹੁਕਮ ਦੇਣ ਦੀ ਤਾਂ ਬਾਹਲੀ ਦੂਰ ਦੀ ਗੱਲ ਹੈ, ਉਹ ਤਾਂ ਘਟਨਾ ਹੀ ਅਚਨਚੇਤ ਹੋਈ ਸੀ, ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ। ਫਿਰ ਬਾਰ-ਬਾਰ ਹੁਕਮ ਕਦੇ ਜਿਹੜੇ ਇਹੋ ਜਿਹੇ ਕੰਮਾਂ ਦੇ ਨਾ, ਤੁਹਾਨੂੰ ਦੱਸ ਦਈਏ, ਨਾ ਮੁੱਖ ਮੰਤਰੀ ਦਿੰਦਾ ਹੁੰਦਾ, ਨਾ ਡੀਜੀਪੀ ਦਿੰਦਾ ਹੁੰਦਾ, ਮੌਕੇ ਤੇ ਇੱਕ ਡਿਊਟੀ ਮੈਜਿਸਟ੍ਰੇਟ ਲਾਉਂਦਾ ਹੈ ਡੀਸੀ, ਤੇ ਪੁਲਿਸ ਹੁੰਦੀ ਆ ਉੱਥੇ ਮੌਕੇ ਤੇ, ਹਾਲਾਤ ਮੁਤਾਬਕ ਉਹ ਹੁਕਮ ਦਿੰਦਾ ਜਿਹੜਾ ਡਿਊਟੀ ਮੈਜਿਸਟ੍ਰੇਟ ਹੁੰਦਾ। ਇੰਨਾ ਹੀ ਹੁੰਦਾ, ਇਦੋਂ ਗਾਂ ਕੁਝ ਨਹੀਂ ਹੁੰਦਾ। ਐਵੇਂ ਹੀ ਜਾਣ ਕੇ ਝੂਠ ਤੂਫਾਨ ਬੋਲੀ ਜਾਂਦੇ ਜਿਹੜੇ ਲੋਕ ਬੋਲੀ ਜਾਂਦੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਇਹਨਾਂ ਨੇ ਸਾਜ਼ਿਸ਼ ਵਿੱਢੀ ਸੀ, ਰਲ ਮਿਲ ਕੇ ਸਾਰਿਆਂ ਨੇ। ਕੁੰਵਰ ਪ੍ਰਤਾਪ ਵੀ ਉਹਦੇ ਵਿੱਚ ਹੀ ਸ਼ਾਮਲ ਹੈ। ਉਹ ਸਾਜ਼ਿਸ਼ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਪਹਿਲਾਂ ਦਿਨ ਤੋਂ ਕਹਿੰਦੇ ਆ ਕਿ ਅਖੀਰ ਸੱਚ ਨਿਕਲੇਗਾ, ਅਖੀਰ ਸੱਚ ਸਾਹਮਣੇ ਆਏਗਾ। ਸਾਡੇ ਪ੍ਰਧਾਨ ਜੀ ਨੇ ਵੀ ਕਹਿਤਾ ਸੀ ਕਿ ਜਿਹਨੇ ਬੇਅਦਬੀ ਕਰਾਈ ਉਹਦਾ ਵੀ ਕੱਖ ਨਾ ਰਹੇ, ਜਿਹਨੇ ਕੀਤੀ ਆ ਉਹਦਾ ਵੀ ਕੱਖ ਨਾ ਰਹੇ, ਜਿਹੜਾ ਇਹ 'ਤੇ ਸਾਜ਼ਿਸ਼ਾਂ ਕਰਦਾ ਉਹਦਾ ਵੀ ਕੱਖ ਨਾ ਰਹੇ। ਅਸੀਂ ਤਾਂ ਕਿਹਾ, ਤੇ ਹਾਈ ਕੋਰਟ ਨੇ ਉਹ ਫੈਸਲਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛਾਂਟਤਾ, ਸਾਫ਼ ਕਰਕੇ ਆ ਗਿਆ ਕੰਮ। ਹੁਣ ਕਿਤੋਂ ਤਾਂ ਕੋਈ ਸਾਹਿਬ, ਮੈਂ ਨਾ ਹੁਣੇ 2 ਦਿਨ ਪਹਿਲਾਂ ਜਿਹੜੇ ਪੀੜਤ ਪਰਿਵਾਰ ਨੇ, ਜਿਹੜੇ ਸ਼ਹੀਦ ਹੋਏ ਨੇ 2 ਕਿਸ਼ਨ ਨੂੰ ਨਾ, ਤੇ ਉਹਨਾਂ ਦੇ ਵਕੀਲ ਦੇ ਨਾਲ ਮੈਂ ਗੱਲਬਾਤ ਕੀਤੀ ਸੀ। ਉਹਨਾਂ ਨੇ ਮੈਨੂੰ ਚਾਰਜ ਸ਼ੀਟ ਦਿਖਾਈ ਸੀ ਜਿਹੜੀ ਫਾਈਲ ਕੀਤੀ ਹੋਈ ਸੀ SIT ਦੀ ਕੋਰਟ ਦੇ ਵਿੱਚ। ਉਹਦੇ ਵਿੱਚ ਇਹ ਹੈ ਕਿ ਜਿਹੜੀ ਕੋਲ ਡਿਟੇਲ ਹੈਗੀ ਹੈ ਸੀਐਮ ਹਾਊਸ ਤੋਂ ਵੀ ਗਈਆਂ ਨੇ, ਉਹ ਦਿਖਾਉਂਦੇ ਨੇ। ਲੇਕਿਨ ਢੀਂਡਸਾ ਸਾਹਿਬ ਨਾਲ ਕੱਲ ਮੈਂ ਗੱਲਬਾਤ ਕੀਤੀ ਸੀ, ਉਹ ਕਹਿੰਦੇ ਨੇ ਇਹ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਕੈਪਟਨ ਤੇ ਬਾਦਲ ਦੋਵੇਂ ਰਲੇ ਹੋਏ ਨੇ, ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਵੱਡਾ ਗੰਭੀਰ ਇਲਜ਼ਾਮ ਲਾਇਆ। ਉਹ ਕਹਿੰਦੇ ਉਹ ਪੈਸੇ ਵਾਲਿਆਂ ਨੂੰ ਅੱਗੇ ਕਰਦੇ ਨੇ। ਵੇਖੋ, ਜਦੋਂ ਇਹ ਸਾਡੇ ਬਹਿਬਲ ਤੇ ਬਰਗਾੜੀ ਕਾਂਡ ਸਾਰਾ ਇਹ ਹੋ ਗਿਆ ਸੀਗਾ, ਉਦੋਂ ਸਾਲ ਸਵਾ ਸਾਲ 1.5 ਸਾਲ ਬਾਅਦ ਸਾਡੀ ਸਰਕਾਰ ਚੱਲੀ ਹੈ। ਉਦੋਂ ਬਾਅਦ ਬਰਹਮਪੁਰਾ ਸਾਹਿਬ ਦੇ ਜਿਹੜੇ ਭਾਣਜਾ ਉਹਦਾ ਗੋਦ ਲਿਆ ਬੇਟਾ ਬਣਾਇਆ ਵਾ, ਉਹਨੇ ਇਲੈਕਸ਼ਨ ਲੜੀ, ਉਦੋਂ ਬਾਅਦ ਲੜੀ ਹੈ।
ਉਸ ਵੇਲੇ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਚੰਗੇ ਸੀ। ਬਰਮਪੁਰਾ ਸਾਹਿਬ ਸੋਹਲੇ ਗਾਉਂਦੇ ਨਹੀਂ ਸੀ ਰਾਜ ਦੇ, ਚੋਣ ਜਿੱਤੀ ਵੀ ਅਸੀਂ ਉਹ ਚੋਣ ਉੱਥੇ ਰਲ ਕੇ। ਢੀਂਡਸਾ ਸਾਹਿਬ ਵੀ ਸਵਾ ਸਾਲ 1.5 ਸਾਲ ਨਾ ਰਹੇ, ਮੌਜਾਂ ਮਾਣੀਆਂ ਸਾਰੇ। ਉਦੋਂ ਜੇ ਲੱਗਦਾ ਸੀ ਢੀਂਡਸਾ ਸਾਹਿਬ ਨੂੰ ਕਿ ਗਲਤ ਹੋ ਰਿਹਾ ਹੈ, ਠੀਕ ਨਹੀਂ ਹੋ ਰਿਹਾ, ਫਿਰ ਉਦੋਂ ਮਰਦ ਬਣਨਾ ਚਾਹੀਦਾ ਸੀ, ਛੱਡ ਦੇਣੀ ਚਾਹੀਦੀ ਸੀ ਪਾਰਟੀ, ਅਸਤੀਫਾ ਦੇ ਦੇਣਾ ਚਾਹੀਦਾ ਸੀ। ਮੁੰਡੇ ਨੂੰ ਵੀ ਵਜ਼ੀਰੀ ਤੋਂ ਅਸਤੀਫਾ ਦਵਾ ਲੈਣਾ ਸੀ, ਆਪ ਵੀ। ਹੁਣ ਵੀ ਮੈਂ ਕਹਿੰਦਾ ਜੇ ਪਾਰਟੀ ਦੀ ਵੇਖੋ, ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੁਣੇ ਹੋਏ ਆ ਦੋਨੇ ਜਾਣੇ, ਜੇ ਉਹਨਾਂ ਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਗਲਤ ਹੈ, ਮਾੜਾ ਹੈ, ਫਿਰ ਅਸਤੀਫੇ ਦੇ ਕੇ ਫਤਵਾ ਦੂਜੀ ਵਾਰ ਲੈਣ ਆਪਦਾ। ਅਸਲ ਗੱਲ ਤਾਂ ਹੁੰਦੀ ਹੈ ਫੇਰ। ਤੇ ਐਵੇਂ ਹੁਣ ਅੱਜ ਉੱਥੋਂ ਸਾਰਾ ਇੰਨਾ ਚਿਰ ਮੌਜਾਂ ਕਰਕੇ ਅਕਾਲੀ ਦਲ ਦੇ ਵਿੱਚ ਅੱਜ ਭੰਡਣਾ, ਜਦੋਂ 2012 ਚ ਅਸੀਂ ਦੁਬਾਰਾ ਰਿਪੀਟ ਕੀਤਾ, ਉਦੋਂ ਢੀਂਡਸਾ ਸਾਹਿਬ ਤੇ ਬਰਮਪੁਰਾ ਸਾਹਿਬ ਥੱਕਦੇ ਨਹੀਂ ਸੀ ਸਿਫਤਾਂ ਕਰਦੇ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਇਹ ਤਾਂ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਕਰਾਤਾ, ਹੋਰ ਤਾਂ ਕੋਈ ਕਰ ਹੀ ਨਹੀਂ ਸੀ ਸਕਦਾ। ਸੋ ਮੈਂ ਨਹੀਂ ਕਹਿੰਦਾ ਵੀ ਐਡੇ ਵੱਡੇ ਵੱਡੇ ਲੀਡਰ ਆ ਸਾਡੇ, ਸਤਿਕਾਰਯੋਗ ਨੇ ਸਾਰੇ ਬਹੁਤ, ਅਸੀਂ ਸਾਰੇ ਉਹਨਾਂ ਦੀ ਇੱਜ਼ਤ ਕਰਦੇ ਹਾਂ। ਇੰਨੀ ਨੀਵੀਂ ਪੱਧਰ ਤੇ ਜਾਣ, ਉਹਨਾਂ ਨੂੰ ਇੰਨੀ ਨੀਵੀਂ ਪੱਧਰ ਤੇ ਜਾਣਾ ਨਹੀਂ ਚਾਹੀਦਾ। ਇਹ ਜ਼ਮੀਨੀ ਹਕੀਕਤਾਂ ਨਹੀਂ ਹੈ ਜੋ ਉਹ ਗੱਲਾਂ ਕਰਦੇ ਨੇ। ਢੀਂਡਸਾ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਜਿਹੜੇ ਮੂਲ ਸਿਧਾਂਤ ਸੀਗੇ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਛਿੱਕੇ ਤੇ ਰੱਖਤਾ। ਉਹ ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜਾ ਦਲਿਤ ਸੀਐਮ ਬਣਾਉਣ ਦਾ ਜਿਹੜਾ ਇੱਕ ਸੁਖਬੀਰ ਸਿੰਘ ਬਾਦਲ ਜੀ ਨੇ ਕੀਤਾ ਐਲਾਨ ਕਿ ਦਲਿਤ ਸੀਐਮ ਹੋਊਗਾ ਜੇ ਉਹਨਾਂ ਦੀ ਸਰਕਾਰ ਆ ਗਈ, ਦਲਿਤ ਡਿਪਟੀ ਸੀਐਮ ਹੋਏਗਾ, ਤੇ ਲੱਗਦਾ ਨਹੀਂ ਹੈ ਕਿ ਬੀਐਸਪੀ ਦੇ ਨਾਲ ਗਠਬੰਧਨ ਹੋਵੇਗਾ। ਪਹਿਲੀ ਗੱਲ ਤਾਂ ਮੈਂ ਜਿਹੜੇ ਢੀਂਡਸਾ ਸਾਹਿਬ ਦੇ ਸਿਧਾਂਤਾਂ ਦੀ ਗੱਲ ਕਰਦਾ, ਢੀਂਡਸਾ ਸਾਹਿਬ ਸਾਨੂੰ ਦੱਸਣ ਵੀ ਉਹ ਸਿਧਾਂਤ ਹੈ ਕੀ, ਜਿਹੜਿਆਂ ਦੀ ਉਹ ਚਾਹੁੰਦੇ ਸੀ ਤੇ ਅਸੀਂ ਮੰਨਿਆ ਨਹੀਂ। ਕੋਰ ਕਮੇਟੀ ਦੇ ਵਿੱਚ ਮੈਂ ਵੀ ਮੈਂਬਰ ਹਾਂ, ਢੀਂਡਸਾ ਸਾਹਿਬ ਵੀ ਮੈਂਬਰ ਹੈ। ਫੈਸਲੇ ਸਾਡੇ ਸਾਰੇ ਕੋਰ ਕਮੇਟੀ ਦੇ ਵਿੱਚ ਹੀ ਹੁੰਦੇ ਨੇ। ਹੋਰ ਬੜੇ ਮੈਂਬਰ ਨੇ ਸਾਡੇ, ਇਕੱਲੇ ਉਹ ਨਹੀਂ, ਸਾਰੇ ਹੋਰ ਵੀ ਕਾਫੀ ਲੋਕ ਨੇ। ਇੱਕ ਉਦਾਹਰਨ ਲਿਆ ਦੇਣ ਵੀ ਢੀਂਡਸਾ ਸਾਹਿਬ ਨੇ ਕੋਈ ਅਕਾਲੀ ਦਲ ਨੂੰ ਤਕੜਾ ਕਰਨ ਦੀ ਖਾਤਰ, ਪੰਜਾਬ ਨੂੰ ਤਕੜਾ ਕਰਨ ਦੀ ਖਾਤਰ, ਅਕਾਲੀ ਦਲ ਨੂੰ ਵਧੀਆ ਕਰਨ ਦੀ ਖਾਤਰ ਕੋਈ ਪ੍ਰਪੋਜ਼ਲ ਲਿਆਂਦੀ ਹੋਵੇ ਤਾਂ ਉਹਨਾਂ ਦੀ ਮੰਨੀ ਨਾ ਗਈ, ਇੱਕ ਲਿਆ ਦੇਣ। ਤੇ ਜੇ ਕਦੇ ਕੋਈ ਪ੍ਰਪੋਜ਼ਲ ਲੈ ਕੇ ਹੀ ਨਹੀਂ ਆਏ, ਕੋਈ ਗੱਲ ਕਦੇ ਪਾਰਟੀ 'ਚ ਰੱਖੀ ਹੀ ਨਹੀਂ, ਸਭ ਕੁਝ ਵਧੀਆ ਹੀ ਕਹਿੰਦੇ ਰਹੇ, ਤੇ ਹੁਣ ਬਾਹਰ ਜਾ ਕੇ ਨਹੀਂ ਚੰਗਾ ਲੱਗਦਾ। ਉਹਨਾਂ ਦੇ ਐਡੇ ਵੱਡੇ ਲੀਡਰ ਨੇ ਇੰਨੇ। ਦੂਜੀ ਗੱਲ ਸਿਧਾਂਤਾਂ ਦੀ, ਸਿਧਾਂਤ ਤਾਂ ਫਿਰ ਇਹੀ ਹੁੰਦਾ ਕਿ ਜੇ ਬੰਦਾ ਆਪ ਐਡੀ ਵੱਡੀ ਪੋਜੀਸ਼ਨ ਤੇ ਫਿਰ ਆਪਦੇ ਪਰਿਵਾਰ ਨੂੰ ਨਾ ਲਿਆਵੇ, ਕਿਸੇ ਨੂੰ ਹੋਰ ਲਿਆਵੇ। ਉਹਦਾ ਬੇਟਾ ਵਜ਼ੀਰ, ਉਹਦਾ ਜਮਾਈ ਡੀਸੀ ਲੱਗਿਆ, ਚਲੋ ਡੀਸੀ ਲੱਗ ਜਾਂਦੇ ਹੁੰਦੇ ਪੜ੍ਹ ਲਿਖ ਕੇ, ਕੋਈ ਐਡੀ ਗੱਲ ਨਹੀਂ, ਉਹਨੂੰ ਵੀ ਟਿਕਟ ਦਵਾਈ ਐਮਐਲਏ ਦੀ ਇੱਥੋਂ, ਹੋਰ 3-4 ਚੇਅਰਮੈਨੀਆਂ ਲਈ ਰੱਖੀਆਂ। ਫਿਰ ਉਹ ਸਾਰੀਆਂ ਗੱਲਾਂ, ਇਹ ਤਾਂ ਨਹੀਂ ਹੁੰਦਾ ਵੀ ਇੱਕ ਬੰਦੇ ਦੇ ਆਖੀ ਚੱਲੀ ਜਾਣ। ਪਰ ਮੈਂ ਕਹਿੰਦਾ ਪਾਰਟੀ ਸਾਡੇ ਸਤਿਕਾਰਯੋਗ ਆ, ਉਹਨਾਂ ਨੇ ਬਹੁਤ ਪਾਰਟੀ 'ਚ ਕੰਮ ਕੀਤਾ ਪਿਛਲੇ ਲੰਮੇ ਸਮਿਆਂ 'ਚ। ਅੱਜ ਉਹਨਾਂ ਨੂੰ ਇਹ ਨੀਵੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਜਿਨ੍ਹਾਂ ਨੇ ਇੰਨੇ ਮੌਜਾਂ ਕੀਤੀਆਂ ਹੁਣ ਪਾਰਟੀ ਦੇ ਸਿਰ ਤੇ, ਇੰਨਾ ਰਾਜ ਭਾਗ ਦਾ ਆਨੰਦ ਮਾਣਿਆ ਹੋਵੇ। ਜਾਂ ਤਾਂ ਜਦੋਂ ਇਹ ਬਾਈਬਲ ਕਾਰਨ ਬਾਤ 1.5 ਸਾਲ ਪਹਿਲਾਂ ਵਾਪਰ ਗਿਆ ਸੀਗਾ, ਉਦੋਂ ਅਸਤੀਫਾ ਦਿਆ ਜਾਂਦੇ, ਫਿਰ ਤਾਂ ਅਸੀਂ ਮੰਨਦੇ ਕਿ ਸੱਚੇ ਬੰਦੇ ਨੇ, ਇਹਨਾਂ ਨੂੰ ਕੋਈ ਦਰਦ ਹੈ ਜਾਂ ਅਸਤੀਫਾ ਦਿੰਦੇ। ਬਾਕੀ ਜਿਹੜਾ ਬਾਈਬਲ ਕਲਾਂ ਕਾਂਡ ਹੈ ਜਾਂ ਬਰਗਾੜੀ ਕਾਂਡ ਹੈ ਜਾਂ ਕੋਟਕਪੂਰਾ ਕਾਂਡ ਹੈ, ਇਹਦੇ 'ਚ ਸਾਡਾ ਕੀ, ਅਕਾਲੀ ਦਲ ਦਾ ਕੀ ਰੋਲ ਹੈ? ਤੁਸੀਂ ਦੱਸ ਦਿਓ ਕੋਈ ਬੰਦਾ, ਮੈਨੂੰ ਸਜ਼ਾ ਦਿਓ ਉਸ ਗੱਲ ਦੀ, ਕੋਈ ਰੋਲ ਦੱਸੋ, ਕੋਈ ਚੀਜ਼। ਉਹ ਤਾਂ ਸਾਡੇ ਗੁਰੂ ਸਨ। ਕੋਈ ਹੋਰ ਵੀ ਚੀਜ਼ ਕੋਈ ਚੋਰੀ ਹੋ ਜਾਂਦੀ ਹੈ, ਕਈ ਵਾਰੀ ਥਿਆ ਜਾਂਦੀ ਹੈ, ਕਈ ਵਾਰੀ ਕਾਫੀ ਲੰਮਾ ਸਮਾਂ ਥਿਉਂਦੀ ਨਹੀਂ, ਆਪਾਂ ਭਾਲਦੇ ਰਹਿੰਦੇ ਹਾਂ। ਜਿਹੜੇ ਬੰਦੇ ਅੱਜ ਰੌਲਾ ਪਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਚਲੋ ਅਸੀਂ ਤਾਂ ਕਹਿੰਦੇ ਹਾਂ ਦੋਸ਼ੀਆਂ ਨੂੰ ਫਾਂਸੀ, ਸ਼ਰੇਆਮ ਗੋਲੀ ਮਾਰ ਦੇਣੀ ਚਾਹੀਦੀ ਹੈ। ਜਿਹੜਾ ਵੀ ਕੋਈ ਦੋਸ਼ੀ ਹੈ, ਬਿਲਕੁਲ ਨਹੀਂ ਉਹਨਾਂ ਨੇ ਕੋਈ ਰਿਆਇਤ ਕਰਨੀ ਚਾਹੀਦੀ। ਇਸ ਤੋਂ ਵੱਡਾ ਪਾਪ ਕੋਈ ਨਹੀਂ। ਮੈਂ ਉਹਨਾਂ ਲੋਕਾਂ ਨੂੰ ਪੁੱਛਦਾ ਹਾਂ ਕਿ 1984 ਦੇ ਵਿੱਚ 600-700 ਗੁਰੂ ਗ੍ਰੰਥ ਸਾਹਿਬ ਅੱਗ ਲਾ ਕੇ ਤੋਪਾਂ ਨਾਲ ਸਾੜਤੇ ਕਾਂਗਰਸ ਵਾਲਿਆਂ ਨੇ, ਉਹਨਾਂ ਦੇ ਬਾਰੇ ਕਿਉਂ ਨਹੀਂ ਬੋਲਦੇ? ਕਿਉਂ ਇਹਨਾਂ ਦੇ ਮੂੰਹ ਸੁੱਤੇ ਹੋਏ ਆ ਜਿਹੜੇ ਆ ਫਿਰਦੇ ਆ ਅੱਜ ਰੌਲਾ ਪਾਉਂਦੇ, ਉਧਰ ਕਿਉਂ ਨਹੀਂ ਬੋਲਦੇ? ਦਿੱਲੀ ਦੇ ਵਿੱਚ ਕਿੰਨਾ ਵੱਡਾ ਕਤਲਾਮ ਹੋਇਆ, ਕਿੰਨੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਕਿੰਨੀਆਂ ਜਾਇਦਾਦਾਂ ਲੋਕਾਂ ਦੀਆਂ ਫੂਕਤੀਆਂ। ਅੱਜ ਤਾਈਂ ਉਹਨਾਂ ਲੋਕਾਂ ਨੂੰ ਇੱਕ ਨੂੰ ਸਜ਼ਾ ਨਹੀਂ ਹੋਈ, ਇੱਕ ਨੂੰ ਇਨਸਾਫ ਨਹੀਂ ਮਿਲਿਆ। ਇਹ ਉਧਰ ਬੋਲਦੇ ਹੀ ਨਹੀਂ ਹੈਗੇ, ਇੱਕ ਵਾਰੀ ਮੂੰਹ 'ਚੋਂ ਗੱਲ ਹੀ ਨਹੀਂ ਕੱਢਦੇ। ਆ ਜਿਹੜੀਆਂ ਫੌਜਾਂ ਸਾਰੀਆਂ ਫਿਰਦੀਆਂ, ਚਾਹੇ ਦਾਦੂਵਾਲ ਹੈ, ਚਾਹੇ ਆਪਣਾ ਮੰਡ ਸਾਹਿਬ ਹੈ, ਚਾਹੇ ਹੋਰ ਇਹਨਾਂ ਦੇ ਚੇਲੇ ਚਪਟੇ ਜੇ ਕਿੰਨੇ ਹੀ ਨੇ, ਉਧਰ ਕਿਉਂ ਨਹੀਂ ਬੋਲਦੇ? ਲੇਕਿਨ ਮੇਰਾ ਸਵਾਲ ਇੱਕ ਸੀਗਾ, ਤੁਸੀਂ ਜਵਾਬ ਨਹੀਂ ਦਿੱਤਾ ਕਿ ਬੀਐਸਪੀ ਦੇ ਨਾਲ ਗਠਬੰਧਨ ਦੇ ਸੰਕੇਤ ਨਹੀਂ ਡਿਪਟੀ ਸੀਐਮ ਦਲਿਤ ਹੋਵੇਗਾ। ਵੇਖੋ, ਡਿਪਟੀ ਸੀਐਮ ਦਲਿਤ ਹੋਣਾ ਬਹੁਤ ਚੰਗੀ ਗੱਲ ਆ, ਹੋਣਾ ਚਾਹੀਦਾ। ਦਲਿਤਵਾਦੀ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਹੈ। ਵੇਖੋ, ਕੋਈ ਇਹ ਨਹੀਂ ਕਿ ਡਿਪਟੀ ਸੀਐਮ ਜੇ ਅਸੀਂ ਉਹਨਾਂ ਦਾ ਬਣਾ ਦਿਆਂਗੇ ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਇੱਕ ਕਮਿਊਨਿਟੀ ਨੂੰ ਮਾਨ ਸਤਿਕਾਰ ਹੁੰਦਾ, ਮਾਨ ਸਤਿਕਾਰ ਦੇਣਾ ਹੁੰਦਾ ਕਿਸੇ ਕੌਮ ਨੂੰ। ਦਲਿਤ ਭਾਈਚਾਰੇ ਨੇ ਬਹੁਤ ਵੱਡੀ ਸੇਵਾ ਹੈ ਪੰਜਾਬ ਦੀ, ਸਾਡੇ ਸਾਰੇ ਲੋਕਾਂ ਦੀ। ਅਕਾਲੀ ਦਲ ਦੇ ਵਿੱਚ ਵੀ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਦਲਿਤ ਭਾਈਚਾਰੇ ਦੀ। ਇਸੇ ਕਰਕੇ ਜਿੰਨੀਆਂ ਵੀ ਦਲਿਤਾਂ ਦੀਆਂ ਸਕੀਮਾਂ ਬਣੀਆਂ, ਤੁਸੀਂ ਰਿਕਾਰਡ ਕੱਢ ਲਓ ਸਾਰੀਆਂ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਨੇ, ਵਾਰੀ ਸਾਰੀਆਂ ਟੋਟਲ ਦੀਆਂ ਟੋਟਲ ਦਲਿਤ ਸਕੀਮਾਂ ਅਕਾਲੀ ਦਲ ਨੇ ਲਾਗੂ ਕੀਤੀਆਂ ਨੇ, ਮੁੜ ਕੇ ਚੱਲਦੀਆਂ ਰਹਿੰਦੀਆਂ ਨੇ। ਜਦੋਂ ਅਸੀਂ ਸਗਨ ਸਕੀਮ ਜਾਰੀ ਕੀਤੀ ਨਾ 1997 ਦੇ ਵਿੱਚ 5100 ਰੁਪਈਆ ਕਿ ਦਲਿਤਾਂ ਦੀਆਂ ਬੇਟੀਆਂ ਨੂੰ ਐਮਐਲਏ ਜਾਏਗਾ, ਸਾਡਾ ਹੋਰ ਜਾ ਕੇ ਸਗਨ ਸਕੀਮ ਦੇਗਾ। ਬਾਦਲ ਸਾਹਿਬ ਦੀ ਮਨਸ਼ਾ ਤੇ ਇਹ ਸੀ ਕਿ ਕੋਈ ਚੰਗਾ ਬੰਦਾ ਜਾਏਗਾ, ਐਮਐਲਏ ਜਾਏਗਾ, ਵਜ਼ੀਰ ਜਾਏਗਾ ਜਾਂ ਕੋਈ ਅਫਸਰ ਜਾਏਗਾ, ਤੇ ਗਰੀਬ ਦੀ ਲੜਕੀ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਸਾਡੇ ਘਰੇ ਕੋਈ ਚੰਗਾ ਬੰਦਾ ਆਇਆ ਹੈ। ਸਿਕੰਦਰ ਜੀ, ਤੁਸੀਂ ਲਗਾਤਾਰ ਜਵਾਬ ਦੇ ਰਹੇ ਹੋ, ਲੇਕਿਨ ਜਿਹੜਾ ਜਵਾਬ ਮੈਂ ਲੈਣਾ ਚਾਹੁੰਦਾ ਹਾਂ ਕਿ ਬੀਐਸਪੀ ਦੇ ਨਾਲ ਗਠਬੰਧਨ ਦੇ ਸੰਕੇਤ ਨੇ। ਉਸੇ ਪਾਸੇ ਆਉਣ ਲੱਗਾ। ਥੋੜਾ ਜਿਹਾ ਟਾਈਮ ਤਾਂ ਲੱਗੂਗਾ ਨਾ ਹਰ ਗੱਲ ਦੇ ਵਿੱਚ। ਤੁਹਾਡਾ ਜਵਾਬ ਪੂਰਾ ਦੇਊਂਗਾ ਮੈਂ, ਉਹਨਾਂ ਚਿਰ ਨਹੀਂ ਉੱਠਦਾ।
ਉਸ ਵੇਲੇ ਸਾਨੂੰ ਵਿਧਾਨ ਸਭਾ 'ਚ ਮਿਹਣਾ ਦਿੱਤਾ ਕਾਂਗਰਸ ਪਾਰਟੀ ਵਾਲਿਆਂ ਨੇ ਕਿ ਜੀ ਸਗਨ ਤਾਂ ਨਾਨਕੇ ਦਿੰਦੇ ਹੁੰਦੇ ਆ, ਮਾਮੇ ਨਾਨੇ ਦਿੰਦੇ ਹੁੰਦੇ ਆ, ਤੁਸੀਂ ਹੁਣ ਗਰੀਬਾਂ ਦੇ ਮਾਮੇ ਨਾਨੇ ਬਣ ਗਏ। ਬਾਲ ਸਾਹਿਬ ਨੇ ਖੜੇ ਹੋ ਕੇ ਕਿਹਾ ਸੀ ਕਿ ਮੈਨੂੰ ਬੜਾ ਫਖਰ ਹੋਊਗਾ ਕਿ ਗਰੀਬਾਂ ਦੀਆਂ ਬੱਚੀਆਂ ਦਾ ਮਾਮਾ ਕਹਾਉਣ ਦਾ। ਇਹ ਗੱਲ ਵੱਡੇ ਜਿਗਰੇ ਵਾਲੀ ਕਹਿ ਸਕਦਾ ਹੈ। ਸੋ ਉਸੇ ਕੜੀ ਦੇ ਵਿੱਚ ਹੀ ਮੈਂ ਮਹਿਸੂਸ ਕਰਦਿਆਂ ਸੀ ਕਿ ਹੁਣ ਵੇਲਾ ਆ ਗਿਆ ਕਿ ਦਲਿਤਾਂ ਨੂੰ ਵੀ ਬਰਾਬਰ ਦਾ ਮਾਨ ਸਤਿਕਾਰ ਦਿੱਤਾ ਜਾਵੇ। ਉਹਨਾਂ ਨੂੰ ਮਾਣ ਮਹਿਸੂਸ ਹੋਏਗਾ ਕਿ ਸਾਡਾ ਵੀ ਪੰਜਾਬ ਦੇ ਵਿੱਚ ਹਿੱਸਾ ਹੈ, ਸਾਡਾ ਵੀ ਡਿਊਟੀ ਸੇਮ ਹੈ ਪੰਜਾਬ ਦੇ ਵਿੱਚ। ਇਸ ਕਰਕੇ ਉਹਨਾਂ ਦੇ ਮਾਨ ਸਤਿਕਾਰ ਦੀ ਗੱਲ ਕੀਤੀ ਹੈ, ਚੰਗੀ ਗੱਲ ਕੀਤੀ ਹੈ, ਮੈਂ ਵੈਲਕਮ ਕਰਦਾ ਉਸ ਗੱਲ ਦੀ। ਦੂਜੀ ਹੈਗੀ ਸਮਝੌਤੇ ਵਾਲੀ ਗੱਲ, BSF ਵਾਲੀ। ਬਿਲਕੁਲ ਸਮਝੌਤਾ ਪਾਰਟੀਆਂ ਦੀ ਸਾਡੀ ਉਹਨਾਂ ਨਾਲ ਕੋਈ ਮਤਭੇਦ ਤਾਂ ਹੈ ਨਹੀਂ ਕਿਸੇ ਕਿਸਮ ਦੇ, ਨਾ ਸਾਡੀ ਬਹੁਜਨ ਸਮਾਜ ਪਾਰਟੀ ਨਾਲ ਕਿਸੇ ਕਿਸਮ ਦਾ ਮਤਭੇਦ ਹੈ। ਸਾਡੀਆਂ ਨੀਤੀਆਂ ਤਕਰੀਬਨ ਮਿਲਦੀਆਂ ਹੀ ਆ ਬਈ ਦੀ, ਕੋਈ ਫਰਕ ਨਹੀਂ ਹੈਗਾ ਬਈ ਦੀ। ਪੰਜਾਬ ਦੇ ਹਿੱਤਾਂ ਲਈ ਉਹ ਵੀ ਲੜਦੇ ਆ, ਅਸੀਂ ਵੀ ਲੜਦੇ ਹਾਂ। ਉਦੋਂ ਬਾਅਦ CPI ਆ, CPM, ਦੋ ਪਾਰਟੀਆਂ ਹੋਰ ਨੇ, ਉਹਨਾਂ ਨਾਲ ਵੀ ਸਾਡੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਹੈਗਾ, ਸਾਰਾ ਠੀਕ ਹੈ। ਸਾਡੀ ਗੱਲਬਾਤ ਸਾਰਿਆਂ ਨਾਲ ਹੀ ਚੱਲਦੀ ਹੈ। ਜਿਹੜਾ ਵੀ ਸਮਝੌਤਾ ਠੀਕ ਹੋਇਆ ਆਪ ਵਿੱਚ ਦੀ ਐਡਜਸਟਮੈਂਟ, ਕਿਉਂਕਿ ਐਡਜਸਟਮੈਂਟ ਤਾਂ ਫਿਰ ਸੀਟਾਂ ਦੀ ਲੈ ਦੇ ਕਰਨੀ ਹੈ ਨਾ। ਕਿੱਥੇ ਜੇ ਆ ਕੇ ਗੱਲ ਖੜ ਗਈ, ਕਿੰਨੀਆਂ ਕਿ ਅਸੀਂ ਦੇ ਸਕਦੇ ਹੋਏ, ਕਿੰਨੀਆਂ ਕਿਤੇ ਉਹ ਸੰਤੁਸ਼ਟ ਹੁੰਦੇ ਨੇ, ਉੱਥੇ ਜਾ ਕੇ ਗੱਲ ਖੜ ਜਾਏਗੀ। ਮੈਨੂੰ ਲੱਗਦਾ ਕਿ ਗੁਰੂ ਕਿਰਪਾ ਕਰੇਗਾ, ਹੋ ਜਾਏਗਾ। ਇੱਕ ਢੀਂਡਸਾ ਸਾਹਿਬ ਦਾ ਸਵਾਲ ਮੇਰਾ ਇਹ ਰਹਿ ਗਿਆ ਕਿ ਉਹਨਾਂ ਨਾਲ ਮੈਂ ਜਦੋਂ ਗੱਲਬਾਤ ਕੀਤੀ ਸੀ, ਉਹਨਾਂ ਨੇ ਖੁਲਾਸਾ ਕੀਤਾ ਸੀਗਾ ਸਕਾਈ ਨਿਊਜ਼ ਦੇ ਵਿੱਚ ਕਿ ਅਕਾਲੀ ਦਲ ਡੈਮੋਕ੍ਰੈਟਿਕ, ਅਕਾਲੀ ਦਲ ਟਕਸਾਲੀ ਦੋਵੇਂ ਇੱਕ ਪਾਰਟੀਆਂ ਬਣ ਜਾਣਗੀਆਂ ਤੇ ਅਸੀਂ ਚੌਥਾ ਫਰੰਟ ਲੈ ਕੇ ਪੰਜਾਬ ਦੇ ਸਾਹਮਣੇ ਆਵਾਂਗੇ, ਪੰਜਾਬ ਦੇ ਭਵਿੱਖ ਦੇ ਵਧੀਆ ਤਰੀਕੇ ਵਾਸਤੇ। ਵੇਖੋ, ਜਦੋਂ ਇਹ ਚੱਲੇ ਸੀ ਨਾ, ਉਦੋਂ ਸੈਂਟਰ ਗਵਰਨਮੈਂਟ ਦੀ ਸ਼ਹਿ ਦੇ ਨਾਲ ਹੀ ਅੱਡ ਹੋਏ ਸੀ, ਨਹੀਂ ਹੋਰ ਕੋਈ ਅੱਡ ਹੋਣ ਵਾਲਾ ਏਜੰਡਾ ਨਹੀਂ ਸੀ। ਉਹਨਾਂ ਨੇ ਕਿਹਾ ਸੀ ਵੀ ਤੁਸੀਂ ਅੱਡ ਹੋਵੋ, ਤੁਹਾਡੀ ਅਸੀਂ ਮਦਦ ਕਰਾਂਗੇ। ਸੈਂਟਰ ਗਵਰਨਮੈਂਟ ਇਹਨਾਂ ਨੂੰ ਸਾਰਿਆਂ ਨੂੰ ਇਕੱਠੀ ਭੇਜੇ। ਜਦੋਂ ਬਾਹਰ ਆ ਗਏ, ਬਰਹਮਪੁਰੇ ਨੇ ਵੀ ਰਾਏ ਨਹੀਂ ਕੀਤੀ, ਕਿਸੇ ਨੇ ਕਾਹਲੀ ਆਪ ਦਾ ਦਲ ਅਨਾਊਂਸ ਕਰ ਲਿਆ, ਢੀਂਡਸਾ ਸਾਹਿਬ ਨੇ ਆਪ ਦਾ ਅਨਾਊਂਸ ਕਰ ਲਿਆ। ਦੋ ਹੀ ਵੱਡੇ ਲੀਡਰ ਸਾਡੇ ਨਾਲ ਇਸ ਗੱਲ ਤੇ ਅੱਡ ਹੋਏ ਸੀਗੇ ਤੇ ਦੋਨੇ ਪ੍ਰਧਾਨ ਬਣ ਗਏ ਦਲਾਂ ਦੇ। ਹਿਸਾਬ ਲਾ ਲਓ, ਬੰਦੇ ਦੋਨਾਂ ਕੋਲ ਹੀ ਹੈ ਨਹੀਂ, ਗਿਣਦੇ ਤਾਂਗੇ ਦੀਆਂ ਸਵਾਰੀਆਂ ਦੋਨਾਂ ਕੋਲੇ, ਬੰਦੇ ਦੋਨਾਂ ਕੋਲੇ ਹੈ ਨਹੀਂ। ਹੁਣ ਦੋਨੇ ਇਕੱਠੇ ਹੋਣਗੇ, ਕਿੱਡਾ ਵੱਡਾ ਮਸਲਾ ਵੀ ਦੋ ਬੰਦਿਆਂ ਨੇ ਇਕੱਠੇ ਹੋਣਾ, ਬੰਦੇ ਤਾਂ ਦੋਨਾਂ ਕੋਲੇ ਹੈ ਨਹੀਂਗੇ। ਤੇ ਹੁਣ ਅਸੀਂ ਜੀ ਇਕੱਠੇ ਹੋਵਾਂਗੇ ਜੀ, ਫਿਰ ਪਾਰਟੀ ਦਾ ਨਵਾਂ ਨਾਂ ਧਰਾਂਗੇ। ਦੋਨੇ ਜਿਹੜੇ ਪਹਿਲਾਂ ਨਾਂ ਧਰਿਆ, ਦੋਨਾਂ ਦੇ ਮਾੜੇ ਸੀਗੇ, ਇਹ ਤੁਹਾਨੂੰ ਮਾੜੇ ਸੀਗੇ। ਦੋਨਾਂ 'ਚ ਇੱਕ ਨਾਂ ਨਹੀਂ ਸੀ ਫਿੱਟ ਆਉਂਦਾ, ਨਾ ਉਹਦਾ ਨਾਂ ਉਹ ਫਿੱਟ ਕਰਦਾ, ਨਾ ਉਹਦਾ ਨਾਂ ਉਹ ਫਿੱਟ ਕਰਦਾ। ਤੇ ਤੁਸੀਂ ਹਿਸਾਬ ਲਓ ਵੀ ਕਿੰਨੀ ਕੁ ਪਾਰਟੀ ਇਹ ਚੱਲੂਗੀ ਜਿਹੜਾ ਇੱਕ ਦੂਜੇ ਦਾ ਨਾਂ ਪਸੰਦ ਨਹੀਂ ਕਰਦੇ, ਇੱਕ ਦੂਜੇ ਦਾ ਧਰਿਆ ਵਾ, ਇੱਕ ਦੂਜੇ ਦਾ ਦਲ ਨੂੰ ਨਹੀਂ ਪਸੰਦ ਕਰਦੇ। ਜਦ ਤਾਂ ਬਰਪੁਰਾ ਸਾਹਿਬ ਢੀਂਡਸਾ ਸਾਹਿਬ ਦੇ ਦਲ 'ਚ ਰਲ ਜਾਣ, ਕੀ ਫਰਕ ਪੈਂਦਾ? ਇਕੱਠੇ ਹੀ ਚੱਲਣਾ ਜਦੋਂ, ਫਿਰ ਕੀ ਫਰਕ ਪੈਂਦਾ? ਤੇ ਜਾਂ ਢੀਂਡਸਾ ਸਾਹਿਬ ਉਹਦੇ ਦਲ 'ਚ ਰਲ ਜਾਣ। ਹੁਣ ਕਹਿੰਦੇ ਨਵੀਂ ਕਮੇਟੀ ਬਣਾਵਾਂਗੇ, ਫਿਰ ਨਵਾਂ ਨਾਂ ਧਰਾਂਗੇ, ਫਿਰ ਪਾਰਟੀ ਰਲਾਵਾਂ ਕਰਾਂਗੇ। ਇੱਥੋਂ ਹੀ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਗੰਭੀਰ ਨੇ ਅਕਾਲੀ ਦਲ ਦੀ ਸੇਵਾ ਕਰਨ ਦੇ ਵਾਸਤੇ। ਆਪਦਾ ਤਾਂ ਮਨ ਉਹ ਇੱਕ ਦੂਜੇ ਨਾਲ ਪੂਰਾ ਇਕੱਠੇ ਨਹੀਂ ਹੋਣ ਦਾ ਹੋਏਗਾ, ਇੱਕ ਦੂਜੇ ਨੂੰ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ ਸੀ। ਇੱਕ ਅਕਾਲੀ ਦਲ ਨੇ 6 ਟਿਕਟਾਂ ਹਾਲੇ ਤੱਕ ਅਨਾਉਂਸ ਕਰਤੀਆਂ ਨੇ, ਲੇਕਿਨ ਅਟਾਰੀ ਦੀ ਗੱਲ ਕਰਦੇ ਆ, ਉੱਥੇ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਜੀਰੇ ਦੀ ਗੱਲ ਕਰਦੇ ਆ, ਸੇਖੋ ਸਾਹਿਬ ਨੂੰ ਟਿਕਟ ਦਿੱਤੀ, ਉਸ ਤੋਂ ਬਾਅਦ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕੀ ਲੱਗਦਾ, ਜਲਦਬਾਜ਼ੀ ਨਹੀਂ ਕਰ ਰਹੇ ਹੋ? ਜਿਹੜੇ ਤੁਹਾਡੇ ਅਕਾਲੀਆਂ ਦੇ ਜਿਹੜੇ ਵਰਕਰ ਨੇ, ਗਰਾਊਂਡ ਦੇ ਜਿਹੜੇ ਕੰਮ ਕਰ ਰਹੇ ਨੇ, ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦੀ ਗੁੱਸੇ ਦਾ ਵੀ ਹੁਣ ਸ਼ਿਕਾਰ ਹੋਣਾ ਪੈਣਾ, ਕਿਉਂਕਿ ਟਿਕਟ ਤਾਂ ਹਰ ਕੋਈ ਉਹਦੇ ਵਿੱਚ ਭਰੋਸਾ ਲਈ ਫਿਰਦਾ ਕਿ ਬਸ ਮੈਨੂੰ ਟਿਕਟ ਮਿਲ ਜੇ, ਤੇ ਤੁਸੀਂ ਸ਼ਾਇਦ ਜਲਦਬਾਜ਼ੀ ਕਰ ਰਹੇ ਹੋ। ਨਹੀਂ, ਅਸੀਂ ਕੋਈ ਜਲਦਬਾਜ਼ੀ ਨਹੀਂ ਕਰ ਰਹੇ। ਕਈ ਥਾਈਂ ਪ੍ਰਸਥਿਤੀਆਂ ਇਹੋ ਜਿਹੀਆਂ ਬਣ ਜਾਂਦੀਆਂ, ਉੱਥੇ ਟਿਕਟ ਅਨਾਊਂਸ ਕਰਨੀ ਪੈਂਦੀ ਹੈ, ਮਜਬੂਰੀ ਬਣ ਜਾਂਦੀ ਹੈ ਪਾਰਟੀ ਦੀ। ਬਾਕੀ ਪਾਰਟੀ ਟਿਕਟਾਂ ਸਿਸਟਮ ਟਾਈਮ ਨਾਲ ਹੀ ਦੇਗੀ ਪਾਰਟੀ ਸਾਰਿਆਂ ਨੂੰ। ਜਿਵੇਂ ਆਪਣਾ ਬਲਟੋਆ ਦੀ ਟਿਕਟ ਲੈ ਲਓ, ਬਿਰਸਾ ਸਿੰਘ ਦੀ ਟਿਕਟ ਸੀ ਖੇਮਕਰਨ ਦੀ, ਉੱਥੇ ਹੁਣ ਕੈਰੋਂ ਸਾਹਿਬ ਜਾਵੜੇ, ਜਦੋਂ ਕੋਈ ਤਲਕ ਹੀ ਨਹੀਂ ਸੀਗਾ ਉਹਨਾਂ ਦਾ ਉੱਥੇ ਜਾਣ ਦਾ, ਉਹ ਟਿਕਟ ਨਹੀਂ ਅਨਾਊਂਸ ਕਰਦੀ ਸੀ, ਉੱਥੇ ਰੌਲਾ ਪੈਣਾ ਸੀ ਵੀ ਕੌਣ ਲੜੂਗਾ। ਹੁਣ ਕਲੀਅਰ ਹੋ ਗਈ, ਆਰਾਮ ਨਾਲ ਵਰਕਰ ਚੱਲ ਪਏ, ਕਿੱਡੀ ਵੱਡੀ ਕਾਨਫਰੰਸ ਹੋ ਗਈ। ਸੋ ਜਿਹੜੀਆਂ ਟਿਕਟਾਂ ਅਸੀਂ ਅਨਾਊਂਸ ਕੀਤੀਆਂ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਬੰਦੇ ਟਿਕਟਾਂ ਉਹਨਾਂ ਨੂੰ ਮਿਲਣੀਆਂ ਹੀ ਮਿਲਣੀਆਂ। ਜੇ ਹੁਣ ਕਵੇ ਗੁਲਜ਼ਾਰ ਸਿੰਘ ਰਣੀਕੇ ਦੀ ਥਾਂ ਤੇ ਕੋਈ ਹੋਰ ਬੰਦਾ ਰਲੂਗਾ, ਤਾਂ ਇਹ ਜਿਹੜਾ ਕੋਈ ਬੰਦਾ ਇਹ ਗੱਲ ਸੋਚਦਾ ਤਾਂ ਉਹ ਮੂਰਖਾਂ ਦੀ ਦੁਨੀਆ 'ਚ ਵੱਸਦਾ। ਰਣੀਕੇ ਸਾਹਿਬ ਦੀ ਟਿਕਟ ਨਹੀਂ ਕੱਟੀ ਜਾ ਸਕਦੀ, ਉਹੀ ਲੜਨਗੇ ਸਾਡੀ ਚੋਣ। ਜਿਹਨੇ ਪਾਰਟੀ 'ਚ ਰਹਿਣਾ ਰਹਿ ਪਏ, ਨਹੀਂ ਰਹਿਣਾ ਅਗਲੇ ਦੀ ਮਰਜ਼ੀ ਆ, ਉਹਨਾਂ ਦੀ ਮਰਜ਼ੀ ਆ। ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈਏ। ਪਹਿਲਾਂ ਬਹੁਤ ਡਿਵੈਲਪਮੈਂਟ ਕੀਤੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ। ਜੇ ਕਹਿ ਲਈਏ ਕਿ ਸਾਰੀ ਡਿਵੈਲਪਮੈਂਟ ਜਿੰਨੀ ਚੰਗੀ ਹੋਈ ਆ ਆਪਾਂ ਹੀ ਕੀਤੀ ਹੈ, ਤੇ ਹੋਰ ਅੱਗੇ ਸਮੇਂ 'ਚ ਕਰੀਏ। ਆਹ 4 ਸਾਲਾਂ 'ਚ ਆਪਾਂ ਵੇਖ ਹੀ ਲਿਆ, ਕੁਝ ਵੀ ਨਹੀਂ ਹੋਇਆ। ਸੋ ਟਿਕਟਾਂ ਠੀਕ ਦਿੱਤੀਆਂ ਨੇ। ਵਿਰੋਧ ਤਾਂ ਮਾੜਾ ਮੋਟਾ ਹੁੰਦਾ ਹੀ ਹੈ, ਇਹ ਨਹੀਂ ਮੈਂ ਮੰਨਦਾ ਕਿ ਨਹੀਂ ਹੁੰਦਾ ਵਿਰੋਧ। ਹੁਣ ਅੱਜ ਕੱਲ੍ਹ ਕਿਉਂਕਿ ਸਿਆਸਤ ਦੇ ਵਿੱਚ ਲੋਕਾਂ ਦੀ ਦਿਲਚਸਪੀ ਜ਼ਿਆਦਾ, ਸਹੀ ਮਾਇਨੇ 'ਚ ਹੁਣ ਪੁਰਾਣੀ ਸਿਆਸਤ ਰਹੀ ਨਹੀਂ। ਮੈਂ ਕਹਿਣਾ ਇਹ, ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ ਹੈਗਾ, ਮੈਂ ਕਹਿਣਾ ਹੁਣ ਲੋਕੀ ਸਿਆਸਤ ਨੂੰ ਵਪਾਰ ਸਮਝਣ ਲੱਗ ਗਏ, ਜਿਹਦੇ ਕਰਕੇ ਜ਼ਿਆਦਾ ਜਿਹੜਾ ਆਪਾਂ ਗੱਲਾਂ ਕਰਦੇ ਨਾ, ਹਰੇਕ ਬੰਦਾ ਦਾ ਮੈਂ MLA ਬਣਨਾ, ਹਰੇਕ ਬੰਦਾ ਭੱਜਦਾ ਇੱਕ ਦੂਜੇ ਦੀਆਂ ਟੰਗਾਂ ਖਿੱਚਦਾ, ਸੌ ਕੁਛ ਕਰਦਾ। ਇਹ ਸਿਆਸਤ ਨੂੰ ਕਾਂਗਰਸ ਪਾਰਟੀ ਨੇ ਕਹਿ ਲਓ ਜਾਂ ਹੋਰ ਕੁਛ ਗੱਲਾਂ ਹੋਈਆਂ ਐਸੀਆਂ, ਵਪਾਰ ਵੱਲ ਤੋਰਤਾ, ਜਿਹੜਾ ਕਿ ਮਾੜੀ ਗੱਲ ਹੈਗੀ। ਵਪਾਰ, ਸਿਆਸਤ ਵਪਾਰ ਨਹੀਂ ਹੋਣੀ ਚਾਹੀਦੀ, ਸੇਵਾ ਹੋਣੀ ਚਾਹੀਦੀ। ਤੁਸੀਂ ਇਹ ਗੱਲ ਤਾਂ ਮੰਨ ਲਈ ਹੈ, ਲੇਕਿਨ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ। ਅੱਜ ਇੱਕ ਖਬਰ ਇਹ ਹੈ ਸਾਹਮਣੇ ਆਈ ਹੈ ਕਿ ਕੇਂਦਰ ਨੇ ਇੱਕ ਚਿੱਠੀ ਹਰਿਆਣਾ ਸਰਕਾਰ ਨੂੰ ਲਿਖੀ ਹੈ। ਉਹਦੇ ਵਿੱਚ ਇਹ ਹੈ ਕਿ ਆਪਰੇਸ਼ਨ ਕਲੀਨ ਚਲਾ ਦਿੱਤਾ ਜਾਵੇ। ਦਿੱਲੀ ਦੀ ਬਰੂਹਾਂ ਤੇ ਜਿਹੜੇ ਬੈਠੇ ਨੇ ਕਿਸਾਨ ਅੰਦੋਲਨ ਤੇ ਕਰ ਰਹੇ ਨੇ, ਉਹਨਾਂ ਨੂੰ 1 ਜਾਂ 2 ਹਫ਼ਤੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਹਿਲਾਂ ਸਮਝਾ ਦਿੱਤਾ ਜਾਵੇ, ਨਹੀਂ ਤਾਂ ਫਿਰ ਆਪਰੇਸ਼ਨ ਕਲੀਨ ਕੀਤਾ ਜਾਵੇ, ਕਿਸੇ ਵੀ ਹੱਦ ਤੱਕ ਉਹਨਾਂ ਨੂੰ ਉੱਥੋਂ ਚੱਕ ਦਿੱਤਾ ਜਾਵੇ। ਵੇਖੋ, ਅਸੀਂ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ
ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਾਂਗੇ, ਹੋਰ ਜਿਹੜੇ ਉਹਨਾਂ ਦੇ ਮੰਤਰੀ ਆ, ਤੋਮਰ ਸਾਹਿਬ ਆ, ਹੋਰ ਜਿਹੜੇ ਅੱਗੇ ਗੱਲਬਾਤ ਕਰਦੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕਿਸਾਨ ਅੰਨਦਾਤਾ ਦੇਸ਼ ਦਾ, ਬੜੀਆਂ ਵੱਡੀਆਂ ਕੁਰਬਾਨੀਆਂ ਨੇ ਕਿਸਾਨਾਂ ਦੀਆਂ, ਸੱਪਾਂ ਦੀਆਂ ਸਿਰੀਆਂ ਮਿੱਧਦੇ ਨੇ, ਰਾਤ ਨੂੰ ਬੜੇ ਔਖੇ ਹੁੰਦੇ ਨੇ, ਲੋਕੀ ਸੌਂ ਜਾਂਦੇ ਨੇ ਆਰਾਮ ਨਾਲ ਏਸੀ ਛੱਡ ਕੇ, ਸਿਆਲ ਦੀਆਂ ਰਾਤਾਂ 'ਚ ਉਹ ਖੇਤਾਂ 'ਚ ਫਿਰਦੇ ਨੇ। ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਸੁਣ ਕੇ ਉਹਨਾਂ ਨੂੰ ਮਨਾ ਲੈਣਾ ਚਾਹੀਦਾ, ਜਿਵੇਂ ਵੀ ਸੈਂਟਰ ਸਰਕਾਰ ਮਨਾ ਚਾਹੀਦੀ। ਕੋਈ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ, ਡੈਮੋਕ੍ਰੇਟਿਕ ਦੇਸ਼ ਹੈ, ਕਿਸਾਨ ਕਿਹੜਾ ਕੋਈ ਝਗੜਾ ਕਰਦੇ ਨੇ, ਆਰਾਮ ਨਾਲ ਬੈਠੇ ਨੇ। ਸੋ ਗੌਰਮੈਂਟ ਨੂੰ, ਸੈਂਟਰ ਦੀ ਨੂੰ ਉਹਨਾਂ ਨੂੰ ਮਨਾ ਕੇ, ਬਰਿਆ ਕੇ, ਜਿਵੇਂ ਵੀ ਸੂਤ ਆਉਂਦਾ ਕੰਮ ਪਿਆਰ ਨਾਲ ਇਹ ਸਾਰਾ ਕੰਮ ਨਿਬੇੜਨਾ ਚਾਹੀਦਾ ਛੇਤੀ ਛੇਤੀ। ਬਹੁਤ ਟਾਈਮ ਹੋ ਗਿਆ, 6 ਮਹੀਨਿਆਂ ਤੋਂ ਉੱਤੇ ਹੋ ਗਿਆ, ਹੁਣ ਗਰਮੀ ਵੀ ਬਹੁਤ ਆ, ਉੱਥੇ ਤੰਗੀ ਬਹੁਤ ਆ, ਰਹਿਣ ਦਾ ਬਹੁਤਾ ਔਖਾ ਕੰਮ ਹੈ। ਸੋ ਗੌਰਮੈਂਟ ਨੂੰ ਇਹ ਕੰਮ ਛੇਤੀ ਛੇਤੀ ਅਪੀਲ ਕਰਦੇ ਅਸੀਂ ਤਾਂ ਨਿਬੇੜਨਾ ਚਾਹੀਦਾ ਹੈ। ਇੱਕ ਤੁਸੀਂ ਬਠਿੰਡੇ ਤੇ ਆਉਂਦੇ ਹੋ ਤੇ ਲੱਖਾ ਸਿਧਾਣਾ ਵੀ ਬਠਿੰਡੇ ਤੋਂ ਹੀ ਹੈ। ਉਹਨਾਂ ਦੇ ਭਰਾ ਦੇ ਨਾਲ, ਕਜ਼ਨ ਬ੍ਰਦਰ ਦੇ ਨਾਲ ਕੁੱਟਮਾਰ ਹੋਈ, ਉਸ ਤੋਂ ਬਾਅਦ ਲਗਾਤਾਰ ਦਿੱਲੀ ਪੁਲਿਸ ਵੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਹੈ ਕਿ ਉਹ ਜਾਇਜ਼ ਹੈ ਜਾਂ ਫਿਰ ਗਲਤ ਕੀਤਾ ਤੇ ਪੰਜਾਬ ਦੇ ਵਿੱਚ ਆ ਕੇ ਦਿੱਲੀ ਪੁਲਿਸ ਚੱਕ ਲੈਂਦੀ ਹੈ? ਇੱਕ ਵੱਡਾ ਸਵਾਲ ਖੜਾ ਹੋ ਰਿਹਾ। ਦੇਖੋ, ਮੈਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਵੀ ਕਿੱਥੋਂ ਫੜਿਆ ਕਿੱਥੋਂ ਨਹੀਂ ਫੜਿਆ। ਮੈਂ ਤੁਹਾਨੂੰ ਕਹਿਦਾ, ਕੁੱਟਮਾਰ ਕਿਸੇ ਦੀ ਵੀ ਕਰਨੀ ਮਾੜੀ ਗੱਲ ਹੈਗੀ ਆ। ਕੁੱਟਮਾਰ ਨਹੀਂ ਕਿਸੇ ਦੀ ਹੋਣੀ ਚਾਹੀਦੀ। ਪੁੱਛਣ ਦੇ ਬੜੇ ਤਰੀਕੇ ਨੇ ਸਰਕਾਰ ਨੇ, ਜੇ ਕੋਈ ਗੱਲਾਂ ਪੁੱਛਣੀਆਂ ਨੇ। ਕੁੱਟਮਾਰ ਕੇ ਕੋਈ ਜ਼ਿਆਦਾ ਤਾਂ ਨਹੀਂ ਪੁੱਛਿਆ ਜਾਂਦਾ। ਉਹ ਪਤਾ ਨਹੀਂ ਮੈਨੂੰ ਗ੍ਰਿਫਤਾਰੀ ਕਿੱਥੋਂ ਪੰਜਾਬ 'ਚੋਂ ਕੀਤੀ ਹੈ, ਹਰਿਆਣਾ 'ਚੋਂ ਕੀਤੀ ਹੈ, ਦਿੱਲੀੋਂ ਕੀਤੀ, ਉਹ ਤਾਂ ਰੱਬ ਜਾਣਦਾ, ਪੁਲਿਸ ਨੂੰ ਪਤਾ ਹੋਊਗਾ ਕਿੱਥੋਂ ਕੀਤੀ ਆ। ਸੋ ਕੁੱਟਮਾਰ ਦੇ ਮੈਂ ਖਿਲਾਫ ਹੈਗਾ, ਜਿਹੜੇ ਕੋਈ ਹੈਗਾ, ਇਹ ਨਹੀਂ ਹੋਣੀ ਚਾਹੀਦੀ ਕਿਸੇ ਦੀ ਵੀ। ਤੇ ਇੱਕ ਬਠਿੰਡੇ ਦੇ ਵਿੱਚ ਹੁਣੀ ਕੁਝ ਦਿਨ ਪਹਿਲਾਂ ਨਸ਼ੇ ਦਾ ਓਵਰਡੋਜ਼ ਲੈਂਦੇ ਹੋਏ ਇੱਕ ਪੁਲਿਸ ਅਫਸਰ ਪਬਲਿਕ ਟਾਇਲਟ ਦੇ ਵਿੱਚ ਗਿਰਿਆ ਹੋਇਆ ਮਿਲਿਆ ਸੀਗਾ। ਉਸ ਤੋਂ ਬਾਅਦ ਇੱਕ ਹੋਰ ਨਸ਼ੇ ਦਾ ਆਇਆ ਸੀਗਾ, ਚਿੱਟਾ ਲੈਂਦੇ ਹੋਏ, ਓਵਰਡੋਜ਼ ਲੈਂਦੇ ਹੋਏ ਇੱਕ ਹੋਰ ਵਿਅਕਤੀ ਸੀਗਾ, ਉਹ ਵੀ ਬਠਿੰਡਾ ਸਿਵਲ ਹਸਪੀਟਲ 'ਚ ਭਰਤੀ ਸੀਗਾ। ਉਸ ਤੋਂ ਬਾਅਦ ਇੱਕ ਹੋਰ ਕੇਸ ਆਇਆ। ਲਗਾਤਾਰ ਨਸ਼ੇ ਦੇ ਜਿਹੜੇ ਓਵਰਡੋਜ਼ ਦੇ ਕੇਸ ਨੇ ਉਹ ਆ ਰਹੇ ਨੇ ਤੇ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀਗੀ। ਕੈਪਟਨ ਸਾਹਿਬ ਨੇ ਤਾਂ ਬਠਿੰਡੇ ਹੀ ਕਿਹਾ ਸੀ, ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਮੈਂ 4 ਹਫ਼ਤਿਆਂ 'ਚ ਲੱਕ ਤੋੜ ਦੂੰਗਾ ਨਸ਼ੇ ਦਾ। ਆਮ ਆਦਮੀ ਪਾਰਟੀ 4 ਮਹੀਨਿਆਂ 'ਚ ਕਹਿੰਦੀ ਹੈ ਮੈਂ 4 ਹਫ਼ਤਿਆਂ 'ਚ ਤੋੜ ਦੂੰਗਾ। ਨਸ਼ਾ ਅੱਜ ਉਦੋਂ 3 ਗੁਣਾ ਵੱਧ ਗਿਆ ਪੰਜਾਬ ਦੇ ਵਿੱਚ। ਤੁਸੀਂ ਕਿਸੇ ਪਿੰਡ ਚਲੇ ਜਾਓ, ਕਿਸੇ ਸ਼ਹਿਰ 'ਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਹਰੇਕ ਥਾਂ ਤੇ ਤੁਹਾਨੂੰ ਆਥਣ ਵੇਲੇ ਐਨ ਮੇਲਾ ਲੱਗਿਆ ਦਿਸੂਗਾ ਨਸ਼ੇ ਵਾਲਿਆਂ ਦਾ, ਟੀਕੇ ਵਾਲਿਆਂ ਦਾ, ਚਰਸਾਂ ਵਾਲਿਆਂ ਦਾ, ਗੋਲੀਆਂ ਵਾਲਿਆਂ ਦਾ। ਤੁਸੀਂ ਹੈਰਾਨ ਹੋ ਜਾਂਦੇ ਆ। ਪੁਲਿਸ ਨੂੰ ਕਹਿ ਕੇ ਹੰਭ ਗਏ ਆ। ਮੈਂ ਆਪ ਕਹਿੰਦਾ ਹੁੰਦਾ, ਸਾਡੇ ਪਿੰਡ ਵੀ ਹੈਗੇ ਆ, ਮੈਂ ਆਪ ਕਹਿੰਦਾ ਉਹਨੂੰ ਜਗ੍ਹਾ ਦੱਸਦੀ ਹਾਂ ਕਿ ਇੱਥੇ ਬੈਠਦੇ ਇਹ ਆ ਕੇ। ਜਾਂਦੀ ਨਹੀਂ ਪੁਲਿਸ, ਫੜਦੀ ਨਹੀਂ ਕਿਸੇ ਨੂੰ, ਪਤਾ ਨਹੀਂ ਕੀ ਗੱਲ ਹੈ। ਫਿਰ ਅਸੀਂ ਇਹਨਾਂ ਵੀ ਅਸੀਂ ਕਾਹਨੂੰ ਇਹਨਾਂ ਨਾਲ ਨਸ਼ੇੜੀਆਂ ਨਾਲ ਦੁਸ਼ਮਣੀਆਂ ਬਣ ਲੱਗੀ, ਜਦੋਂ ਪੁਲਿਸ ਵੜਨਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ, ਫਿਰ ਆਪਾਂ ਕੀ ਹੈ। ਸੋ ਇਹ ਸਰਕਾਰ, ਇਹ ਤਾਂ ਕਾਂਗਰਸੀ ਐਮਐਲਏ ਨੂੰ ਪੁੱਛਿਆ ਕਰੋ, ਉਹਨਾਂ ਦੇ ਵਜ਼ੀਰਾਂ ਨੂੰ ਪੁੱਛਿਆ ਕਰੋ ਵੀ ਤੁਹਾਡੇ ਮੁੱਖ ਮੰਤਰੀ ਨੇ ਕਿਹਾ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਤੇ ਆਹ ਹੁਣ ਕੀ ਹੋ ਰਿਹਾ। ਤੁਸੀਂ ਮੀਡੀਆ ਵਿਖਾ ਹੀ ਰਹੇ ਆ ਸਾਰਾ, ਤੇ ਹੁਣ ਉਹਨੂੰ ਪੁੱਛੋ ਵੀ ਇਹ ਕੀ ਹੋ ਰਿਹਾ। ਤਾਂ ਕਾਂਗਰਸੀ ਜਵਾਬ ਦੇਣ ਇਸ ਗੱਲ ਦਾ। ਸਾਡੀ ਗੌਰਮੈਂਟ ਹੋਈ ਤਾਂ ਅਸੀਂ ਜਵਾਬ ਦੇਵਾਂਗੇ। ਅਖੀਰ ਦੇ ਸਵਾਲ ਹੈ ਕਿ 2022 ਦੀ ਚੋਣ ਦੀਆਂ ਤਿਆਰੀਆਂ ਤੁਹਾਡੀਆਂ ਸਭ ਤੋਂ ਪਹਿਲਾਂ ਨੇ, ਕਿਉਂਕਿ ਤੁਸੀਂ ਸਭ ਤੋਂ ਪਹਿਲਾਂ 6 ਕੈਂਡੀਡੇਟ ਨੇ ਅਨਾਉਂਸ ਕਰ ਦਿੱਤੇ ਨੇ। ਕੀ ਲੱਗਦਾ ਤੁਹਾਨੂੰ 2022 ਦੇ ਚੋਣਾਂ ਨੂੰ ਲੈ ਕੇ? ਵੇਖੋ, 2022 ਦੀ ਚੋਣ ਹੈ, ਬੜੀ ਮਹੱਤਵਪੂਰਨ ਚੋਣ ਹੈ। ਸ਼੍ਰੋਮਣੀ ਅਕਾਲੀ ਦਲ ਬੜੀ ਸ਼ਾਨੋ ਸ਼ੌਕਤ ਨਾਲ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗਾ। ਸਾਡਾ ਫਰੰਟ ਬਣ ਗਿਆ ਤਾਂ ਬਹੁਤ ਬਿਲ ਹੋਏਗਾ। ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ। ਇਸ ਵੇਲੇ ਸਾਡੀ ਪਾਰਟੀ ਦੀ ਇੰਨੀ ਤਾਕਤ ਹੈ ਕਿ ਅਸੀਂ ਇਕੱਲੇ ਵੀ ਲੜ ਸਕਦੇ, ਕੋਈ ਇਹੋ ਜਿਹੀ ਸਾਨੂੰ ਫਿਕਰ ਵਾਲੀ ਗੱਲ ਨਹੀਂ। ਪਿੱਛੇ ਜਿਹੜੇ 10 ਸਾਲ ਅਸੀਂ ਕੀਤੇ ਕੰਮ ਡਿਵੈਲਪਮੈਂਟ ਦੇ, ਲੋਕਾਂ ਦੀਆਂ ਸਹੂਲਤਾਂ, ਡਿਵੈਲਪਮੈਂਟ, ਇੱਕ ਤਾਂ ਅਸੀਂ ਉਹਨਾਂ ਦੇ ਵੋਟਾਂ ਮੰਗਾਂਗੇ, ਅਮਨ ਸ਼ਾਂਤੀ, ਡਿਵੈਲਪਮੈਂਟ, ਪਿਛਲੀ ਸਾਰੇ ਕੰਮ। ਇੱਕ ਤਾਂ ਉਹ ਸਾਰਾ ਜਿਹੜਾ ਮੇਨ ਸਾਡਾ ਅਮਨ ਸ਼ਾਂਤੀ, ਡਿਵੈਲਪਮੈਂਟ, ਪਿਛਲਾ ਜਿਹੜਾ ਅਸੀਂ ਕੰਮ ਕੀਤੇ ਚੰਗੇ, ਉਹਨਾਂ 'ਤੇ ਮੰਗਾਂਗੇ ਅਸੀਂ ਵੋਟਾਂ। ਦੂਜਾ, ਜਿਹੜੀ ਕਾਂਗਰਸ ਦੀ ਕਾਰਗੁਜ਼ਾਰੀ ਆ 4.25 ਸਾਲਾਂ ਦੀ, 4.5 ਜਾਂ 5 ਸਾਲਾਂ ਦੀ ਹੋ ਜੂਗੀ ਉਦੋਂ ਨੂੰ, ਤਾਂ ਕਾਂਗਰਸ ਦੀ ਕਾਰਗੁਜ਼ਾਰੀ, ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦੇ, ਘਰ ਘਰ ਨੌਕਰੀ, ਸਾਰਾ ਕਰਜ਼ਾ ਮਾਫ, 51,000 ਸਗਨ ਸਕੀਮ, ਮੋਬਾਈਲ ਦੇਣੇ ਬੱਚਿਆਂ ਨੂੰ, ਨਸ਼ਾ ਖਤਮ ਕਰਨਾ, ਇਹ ਸਾਰੀਆਂ ਗੱਲਾਂ ਦੇ ਹਿਸਾਬ ਲਵਾਂਗੇ ਕਾਂਗਰਸ ਪਾਰਟੀ ਤੋਂ 22 ਦੀਆਂ ਇਲੈਕਸ਼ਨਾਂ ਦੇ ਵਿੱਚ। ਲੋਕੀ, ਤੁਸੀਂ ਮੇਰੀ ਗੱਲ ਯਾਦ ਰੱਖ ਲਿਓ, 22 'ਚ ਕਾਂਗਰਸ ਪਾਰਟੀ ਨਾਲ ਬਹੁਤ ਭੈੜੀ ਹੋਣ ਵਾਲੀ ਹੈ। ਤੁਸੀਂ ਕਹਿ ਰਹੇ ਹੋ ਕਾਂਗਰਸ ਪਾਰਟੀ ਭੈੜੀ ਹੋਣ ਵਾਲੀ ਹੈ, ਤਿਆਰੀਆਂ ਪੂਰੀਆਂ ਨੇ, ਲੇਕਿਨ ਜਿੱਥੇ ਵੀ ਸੁਖਬੀਰ ਬਾਦਲ ਸਾਹਿਬ ਜਾ ਰਹੇ ਨੇ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ। ਜਲੰਧਰ 'ਚ ਹੁਣੇ ਵਿਰੋਧ ਹੋ ਕੇ ਹਟਿਆ। ਵੇਖੋ, ਜਿਹੜਾ ਵਿਰੋਧ ਦੀ ਗੱਲ ਹੈ, ਅਸੀਂ ਤਾਂ ਸਿਆਸੀ ਬੰਦੇ ਆ, ਸਾਨੂੰ ਤਾਂ ਚੱਕ ਚਕਾ ਕੇ ਬਥੇਰੇ ਸਾਡੇ ਦੁਸ਼ਮਣ ਹੈ। ਵਿਰੋਧ ਕਿਹਦਾ ਹੁੰਦਾ ਹਮੇਸ਼ਾ ਇੱਕ ਤੁਹਾਨੂੰ ਗੱਲ ਦੱਸੀਏ ਜ਼ਿੰਦਗੀ ਦੀ, ਵਿਰੋਧ ਉਹਦਾ ਹੁੰਦਾ ਜਿਹਤੋਂ ਲੋਕ ਡਰਦੇ ਹੋਣ, ਜਿਹੜਾ ਤਕੜਾ ਹੋਵੇ। ਮਾੜੇ ਦਾ ਕਦੇ ਵਿਰੋਧ ਨਹੀਂ ਹੁੰਦਾ, ਅਗਲਾਂ ਦੇ ਤਾਂ ਐਵੇਂ ਹੀ ਫਿਰਦਾ ਰਹਿੰਦੇ, ਤੂੰ ਕੀ ਕਰਾਉਣਾ। ਵਿਰੋਧ ਹੁੰਦਾ ਤਕੜੇ ਦਾ, ਜਿਹਤੋਂ ਡਰ ਹੋਵੇ। ਹੁਣ ਸਾਰੀਆਂ ਪਾਰਟੀਆਂ ਨੂੰ ਡਰ ਹੈ ਵੀ ਸੁਖਬੀਰ ਬਾਦਲ ਆਇਆ ਪੰਜਾਬ 'ਚ ਮੁੱਖ ਮੰਤਰੀ ਬਣ ਕੇ। ਇਸ ਕਰਕੇ ਥਾਂ ਥਾਂ ਸਕੀਮਾਂ ਬਣਾ ਕੇ ਵਿਰੋਧ ਕਰਦੇ ਆ। ਇੱਕ ਪਾਸੇ 5-7 ਹਜ਼ਾਰ ਬੰਦਾ ਸਵਾਗਤ ਲਈ ਖੜਾ, ਹਾਰ ਲਈ ਖੜਾ। ਇੱਕ ਪਾਸੇ 5-4 ਬੰਦੇ ਵਿਰੋਧ ਕਰਦੇ ਆ। 5-4 ਜ਼ਿਆਦਾ ਹੁੰਦੇ ਕਿ ਹਜ਼ਾਰਾਂ ਬੰਦਾ ਜ਼ਿਆਦਾ ਹੁੰਦਾ। ਇਹ ਨਹੀਂ ਠੀਕ। ਸਾਡੇ ਤਲਵੰਡੀ ਵੀ ਤਖਤ ਦੇ ਉੱਤੇ ਇੱਕ ਖਬਰ ਲੱਗੀ ਸੀ, ਵਿਰੋਧ ਹੋਇਆ, ਕੁਛ ਨਹੀਂ, ਆ ਗਏ ਸੀ ਤਾਂ ਬਾਹਰ ਆ ਗਏ ਸੀ। ਉੱਥੇ ਵਿਰੋਧ ਕਰਨ ਵਾਲੇ 2 ਬੰਦੇ ਸੀ, 2 ਬੁੜੀਆਂ ਸੀ। ਅਸੀਂ ਉਹਨਾਂ ਦਾ ਪਤਾ ਕੀਤਾ ਸੀ, ਪਤਾ ਕੌਣ? ਅਕਾਲੀ ਦਲ ਦੀ ਸਰਕਾਰ ਵੇਲੇ ਉਹਨਾਂ ਤੋਂ ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਸੀ। ਅੰਮ੍ਰਿਤਧਾਰੀ ਬੰਦੇ ਸੀ, ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਸੀ। ਅਤਲੇ ਪਿੰਡ ਦੇ, ਮਾਨਸਾ ਜ਼ਿਲ੍ਹੇ ਦੇ, ਫੜੀਆਂ ਗਈਆਂ ਸੀ। ਉਹ ਬੰਦੇ ਨੂੰ ਜ਼ੋਰ ਲਾਇਆ, ਬੰਦਿਆਂ ਨੇ ਵਿੱਚ ਪਾਇਆ ਪੁੱਕੇ ਵੀ ਇਹਨਾਂ ਨੂੰ ਛੱਡੋ। ਅਸੀਂ, ਸਰਕਾਰ ਨੇ ਨਹੀਂ ਛੱਡਿਆ, ਵੀ ਨਹੀਂ, ਇਹ ਗਲਤ ਕੰਮ ਕਰਦੇ ਆ, ਇਹ ਅੰਮ੍ਰਿਤਧਾਰੀ ਹੋ ਕੇ ਗੋਲੀਆਂ ਵੇਚਣ ਦਾ ਕਿਹਨੇ ਲਾਇਸੈਂਸ ਦਿੱਤਾ ਇਹਨਾਂ ਨੂੰ? ਉਹ ਬੰਦੇ ਮੁਜ਼ਾਹਰਾ ਕਰਨ ਸੀ ਵੀ ਸਾਨੂੰ ਉਦੋਂ ਛਡਾਇਆ ਕਿਉਂ ਨਹੀਂ।
ਹੁਣ ਨਸ਼ੇ ਵਾਲੇ ਨੂੰ ਛੱਡ ਦਈਏ? ਉਹ ਕਹਿੰਦੇ ਸੁਖਬੀਰ ਮਾੜਾ, ਤੇ ਫਿਰ ਕਹੀ ਜਾਣ ਨਸ਼ੇ ਵਾਲੇ ਮਾੜਾ, ਸੁਖਬੀਰ ਸਾਨੂੰ ਕੀ ਹੁੰਦਾ? ਉਹਨਾਂ ਦੇ ਕਹਿਣ ਨਾਲ ਮਾੜੇ ਹੋ ਜਾਵਾਂਗੇ ਅਸੀਂ? ਸੋ ਇਹ ਨਹੀਂ ਹੈਗਾ ਨਾ ਤੁਸੀਂ, ਅਸੀਂ ਤਾਂ ਚਲੋ ਪੋਲੀਟੀਕਲ ਬੰਦੇ ਆ, ਤੁਸੀਂ ਪ੍ਰੈਸ ਵਾਲੇ ਆ ਨਾ, ਇਹ ਜਿਹੜੇ ਸ਼ਰਾਰਤਾਂ ਸਿਖਾ ਕੇ ਹੋ ਰਹੀਆਂ ਨੇ, ਆਪ ਵਾਲਿਆਂ ਦੀ ਜ਼ਿਆਦਾ ਸ਼ਰਾਰਤ ਇਹਦੇ 'ਚ ਆਪ ਵਾਲਿਆਂ ਦੀ ਹੈ, ਕਰਦੇ ਨੇ ਸ਼ਰਾਰਤ, ਕੁਛ ਨਾਲ ਕਾਂਗਰਸੀ ਵੀ ਲੱਗ ਜਾਂਦੇ ਨੇ। ਵਿਰੋਧ ਤਾਂ ਮੈਂ ਸਵੇਰੇ ਤੁਹਾਡਾ ਚੈਨਲ ਵਾਲਾ ਦਾ ਕਰਾ ਦੇਣਾ, ਇੱਥੇ ਤੜਕੇ ਵੀ 'ਚ ਬੋਲੋ, 4 ਬੰਦੇ ਨੂੰ ਮੈਂ ਪੈਸੇ ਦੇ ਦੂੰਗਾ ਵੀ ਚਲੋ ਕਰ ਦਿਓ ਆਹ ਚੈਨਲ ਮੁਰਦਾਬਾਦ, ਕਰ ਦੇਣਗੇ ਉਹ। ਇਹ ਨਹੀਂ ਵੇਖਣਾ ਹੁੰਦਾ ਕਿ ਅਸਲੀਅਤ ਕੀ ਹੈ, ਠੀਕ ਕੀ ਹੈ, ਗਲਤ ਕੀ ਹੈ। ਸੁਖਬੀਰ ਬਾਦਲ ਇਸ ਵੇਲੇ ਬਿਲਕੁਲ ਸਹੀ ਲਾਈਨ ਤੇ ਜਾ ਰਿਹਾ। ਉੱਥੇ ਵਿਰੋਧ ਮਾੜਾ ਮੋਟਾ ਤਾਂ ਵਿਰੋਧ ਸਿਆਸਤ ਦੇ ਵਿੱਚ ਰਹਿੰਦਾ, ਵੈਸੇ ਮੈਂ ਕਹਿੰਦਾ ਮਾੜੀ ਗੱਲ ਆ, ਇਹ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ। ਇਹ ਘਟੀਆ ਕਿਸਮ ਦੇ ਲੋਕ ਆ ਜਿਹੜੇ ਇਹੋ ਜਿਹੇ ਕਰਦੇ। ਤੁਸੀਂ ਲੋਕਾਂ 'ਚ ਜਾਓ, ਫੈਸਲੇ ਲੋਕਾਂ ਨੇ ਕਰਨੇ ਆ। ਲੋਕ ਜੇ ਸੁਖਬੀਰ ਮਾੜਾ ਹੋਊ ਨਾ ਚੁਣਨਗੇ, ਜੇ ਚੰਗਾ ਹੋਊ ਤਾਂ ਚੁਣ ਲੈਣਗੇ। ਤੇ ਤੁਸੀਂ ਕਿਉਂ ਰੌਲਾ ਪਾਈ ਜਾਂਦੇ, ਪਹਿਲਾਂ ਚੀਂ ਝਗੜਾ ਪਾਈ ਜਾਂਦੇ, ਪਹਿਲਾਂ ਹੀ ਡਰੀ ਜਾਂਦੇ ਆ? ਹਲੇ ਤਾਂ ਸਾਲ ਪਿਆ, ਉਹ ਆਉਣਾ ਹਲੇ, ਉਹਨੇ 7-8 ਮਹੀਨਿਆਂ ਨੂੰ ਸੱਤਾ 'ਚ ਆਉਣਾ, ਹੁਣੇ ਚੀਕਣ ਲੱਗ ਗਏ, ਪਹਿਲਾਂ ਹੀ ਡਰਨ ਲੱਗ ਗਏ ਤੁਸੀਂ ਸਾਰੇ। ਇਹ ਡਰ ਦੀਆਂ ਨਿਸ਼ਾਨੀਆਂ ਨੇ ਜਿਹੜਾ ਵਿਰੋਧ ਕਰਦੇ, ਹੋਰ ਕੋਈ ਵਿਰੋਧ ਉਹਨਾਂ ਦਾ ਹੈ ਨਹੀਂਗਾ ਕੋਈ। ਤੁਸੀਂ ਯਾਰ ਵਿਰੋਧ ਜਿਹੜੇ ਕਰਦੇ ਨੇ ਡਰ ਦੀਆਂ ਨਿਸ਼ਾਨੀਆਂ ਨੇ, ਤੇ ਜਿਹੜੇ ਤਕੜੇ ਬੰਦੇ ਨੇ ਉਹਨਾਂ ਦਾ ਵਿਰੋਧ ਹੁੰਦਾ ਹੈ। ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ। ਨਹੀਂ, ਬੀਜੇਪੀ ਦਾ ਹੋਰ ਚੀਜ਼ ਆ, ਉਹ ਮੋਦੀ ਤਕੜਾ ਨਾ, ਉਹ ਮੋਦੀ ਨਾਲ ਇਕੱਲਾ ਇੱਥੇ ਨਹੀਂ ਹੈਗਾ। ਪੰਜਾਬ ਦੀ ਬੀਜੇਪੀ ਦਾ ਵਿਰੋਧ ਨਹੀਂ ਹੋ ਰਿਹਾ ਜੀ, ਪੰਜਾਬ ਦਾ ਹੋ ਰਿਹਾ ਤਾਂ ਮੈਨੂੰ ਦੱਸੋ, ਮੋਦੀ ਦਾ ਹੋ ਰਿਹਾ ਨਹੀਂ? ਤੇ ਫਿਰ ਮੋਦੀ ਤਾਂ ਤਕੜਾ ਬੰਦਾ ਹੀ ਹੈ ਇਸ ਦੇਸ਼ ਦਾ, ਇਸ ਵੇਲੇ ਕੋਈ ਮਾੜਾ ਬੰਦਾ? ਉਹ ਤਾਂ ਡਰਦੇ ਆ ਸਾਰੇ, ਇਹਦੇ 'ਚ ਕੀ ਕਹਿਣ ਵਾਲੀ ਗੱਲ ਹੈ? ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਤੇ। ਇਹ ਸਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ, ਜਿਨ੍ਹਾਂ ਨੇ ਪੂਰੀ ਗੱਲਬਾਤ, ਹਰ ਸਵਾਲ ਦਾ ਜਵਾਬ ਦਿੱਤਾ ਹੈ। ਅੰਦੇਸ਼ਾ ਵੀ ਜ਼ਾਹਿਰ ਕਰ ਦਿੱਤਾ ਹੈ ਕਿ 2022 ਦੀ ਚੋਣ ਵਾਸਤੇ ਬੇਸ਼ੱਕ ਅਕਾਲੀ ਦਲ ਕੱਲਾ ਚੋਣ ਲੜਨ ਦੇ ਵਾਸਤੇ ਸਮਰਥ ਹੈ, ਲੇਕਿਨ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਹੋਰ ਪਾਰਟੀਆਂ ਦੇ ਨਾਲ। ਵੇਖਣਾ ਇਹ ਹੋਵੇਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ 2022 ਦੀ ਚੋਣ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਬਣ ਗਈ, ਉਹ ਆ ਜਾਂਦੇ ਨੇ ਸੱਤਾ ਦੇ ਵਿੱਚ, ਫਿਰ ਡਿਪਟੀ ਸੀਐਮ ਦਲਿਤ ਹੋਵੇਗਾ। ਵੇਖਣਾ ਇਹ ਹੋਵੇਗਾ ਕਿ ਬੀਐਸਪੀ ਨਾਲ ਗਠਬੰਧਨ ਹੁੰਦਾ ਹੈ ਜਾਂ ਫਿਰ ਹੋਰ ਕਿਸੇ ਦਲ ਦੇ ਨਾਲ। ਫਿਲਹਾਲ ਸਕਾਈ ਨਿਊਜ਼ ਪੰਜਾਬ ਦੇ ਵਿੱਚ ਇੰਨਾ ਹੀ। ਹੋਰ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।